महला पहला। मिट्टी मुसलमान की, पेड़ै पई कुम्हार। घड़ भांडे इट्टां कीਆਂ, जल्दी करे पुकार। जल जल रोवै बपोड़ी, झड़ झड़ पवै अंगियार। नानक जिन करतै कारण किया, सो जाणै करतार। वाहिगुरू जी का खालसा, वाहिगुरू जी की फतेह। गुरु प्यारी साध संगत जी, सिख धर्म ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਤਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਇਸ ਲੜੀ ਦੇ ਤਹਿਤ ਅੱਜ ਆਪਾਂ 6 ਨੰਬਰ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਨੇ, ਉਹਨਾਂ 2 ਸ਼ਲੋਕਾਂ ਵਿੱਚੋਂ ਅੱਜ ਆਪਾਂ ਦੂਸਰੇ ਸ਼ਲੋਕ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਅੱਜ ਵਾਲਾ ਸ਼ਲੋਕ ਜਿਸ ਦਾ ਆਪਾਂ ਪਾਠ ਸ਼ਰਵਣ ਕੀਤਾ ਹੈ 466 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਈਮਾਨ ਹੈ। ਕੋਸ਼ਿਸ਼ ਕਰੋ ਜਿਹੜੀ ਵਿਚਾਰ ਆਪਾਂ ਇੱਥੇ ਰਲ ਮਿਲ ਕੇ ਸਾਂਝੀ ਕਰ ਰਹੇ ਹਾਂ, ਜਿਹੜੇ ਸਰੋਤੇ ਲੜੀਵਾਰ ਸੁਣ ਰਹੇ ਨੇ, ਆਪ ਵੀ ਪੜ੍ਹੋ, ਸਹਿਜ ਪਾਠ ਕਰੋ। ਇਹ ਬਹੁਤ ਪਿਆਰੇ ਵਿਸ਼ੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਗੁਰੂ ਪਾਤਸ਼ਾਹ ਨੇ ਬਹੁਤ ਭਰਪੂਰ ਜਾਣਕਾਰੀ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਜਿਵੇਂ ਮੈਂ ਕੱਲ੍ਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸਨ ਕਿ ਗੁਰਦੇਵ ਜੀ ਦੇ ਗੁਰਮਤਿ ਸਮਝਾਉਣ ਦਾ ਇੱਕ ਬਹੁਤ ਸੋਹਣਾ ਤਰੀਕਾ ਹੈ ਕਿ ਪਹਿਲਾਂ ਦੂਜੇ ਮਤਾਂ ਦੇ ਖਿਆਲ ਸਾਡੇ ਸਾਹਮਣੇ ਰੱਖਦੇ ਨੇ, ਫਿਰ ਸਾਨੂੰ ਆਪਣਾ ਪੱਖ ਪੇਸ਼ ਕਰਕੇ ਸਮਝਾਉਂਦੇ ਹਨ ਕਿ ਅਸਲ ਵਿੱਚ ਗੁਰਮਤਿ ਹੈ ਕੀ। ਜਿਹੜਾ ਆਪਾਂ ਸ਼ਲੋਕ ਪੜ੍ਹਿਆ ਹੈ, ਤੁਸੀਂ ਬਹੁਤ ਵਾਰੀ ਆਮ ਸਮਾਜ ਵਿੱਚ ਇਹ ਗੱਲ ਵੇਖੀ ਹੋਏਗੀ ਕਿ ਸਮਾਜ ਵਿੱਚ ਗੱਲ ਜਦੋਂ ਅਸੀਂ ਸੁਣਦੇ ਹਾਂ ਤਾਂ ਕੁਝ ਗੱਲਾਂ ਸਾਡੇ ਸਮਾਜ ਵਿੱਚ ਸੀਨੇ ਬਸੀਨੇ ਜਿਹੜੀਆਂ ਨੇ ਸਾਡੇ ਕੰਨਾਂ ਰਾਹੀਂ ਸੁਣ ਕੇ ਸਾਡੇ ਅੰਦਰ ਘਰ ਘਰ ਜਾਂਦੀਆਂ ਨੇ। ਕਿਉਂਕਿ ਦੁਨੀਆ ਦੇ ਜਿੰਨੇ ਵੀ ਮਤ ਨੇ, ਹਰ ਇੱਕ ਮਤ ਦਾ ਇਸ ਸੰਸਾਰ 'ਤੇ ਜਾਣ ਤੋਂ ਬਾਅਦ ਜਾਂ ਸੰਸਾਰ ਵਿੱਚ ਰਹਿੰਦਿਆਂ ਵੱਖਰਾ ਵੱਖਰਾ ਖਿਆਲ ਹੈ। ਇੱਕ ਮਤ ਦਾ ਖਿਆਲ ਦੂਜੇ ਨਾਲ ਨਹੀਂ ਮਿਲਦਾ। ਕੁਝ ਮਿਲਦੇ ਹੋ ਸਕਦੇ ਨੇ, ਕੁਝ ਖਿਆਲ ਮਿਲਦੇ ਹੋ ਸਕਦੇ ਨੇ, ਪਰ ਸੰਪੂਰਨ ਤੌਰ 'ਤੇ ਇੱਕ ਦੂਜੇ ਨਾਲ ਖਿਆਲ ਨਹੀਂ ਮਿਲਦੇ। ਪਾਤਸ਼ਾਹ ਨੇ ਇਹ ਵੀ ਨਹੀਂ ਕਿਹਾ ਕਿ ਫਲਾਣਾ ਮਾੜਾ ਹੈ ਅਸੀਂ ਚੰਗੇ, ਉਹਨੇ ਕਿਹਾ ਵੀ ਆਹ ਪੱਖ ਹੈ, ਤੁਸੀਂ ਆਪੇ 'ਚੋਂ ਨਿਰਣਾ ਕਰ ਲਓ ਸਹੀ ਕੀ ਹੈ ਅਤੇ ਗਲਤ ਕੀ ਹੈ। ਗੁਰਦੇਵ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਗੱਲ ਇੱਥੇ ਜਿਹੜੀ ਸਮਝਾਈ ਹੈ ਇਸ ਸ਼ਲੋਕ ਵਿੱਚ, ਕਿਉਂਕਿ ਇਸ ਸ਼ਲੋਕ ਵਿੱਚ ਉਸ ਖਿਆਲ ਦਾ ਖੰਡਨ ਕੀਤਾ ਹੈ ਜਿਹੜਾ ਖਿਆਲ ਜਿਹੜੇ ਸਾਮੀ ਮੱਤ ਵਾਲੇ ਲੋਕ ਨੇ ਉਹ ਆਮ ਉਹਨਾਂ ਦਾ ਮੰਨਣਾ ਹੈ, ਜਿਨ੍ਹਾਂ ਵਿੱਚ ਯਹੂਦੀ ਆਉਂਦੇ ਨੇ, ਜਿਨ੍ਹਾਂ ਵਿੱਚ ਇਸਲਾਮ ਆਉਂਦਾ ਹੈ, ਜਿਨ੍ਹਾਂ ਵਿੱਚ ਕ੍ਰਿਸਚਨ ਲੋਕ ਆਉਂਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਉਹਨਾਂ ਦਾ ਕੋਈ ਵਿਅਕਤੀ ਚੜ੍ਹਾਈ ਕਰਦਾ ਹੈ, ਉਹਨੂੰ ਅੱਗ ਵਿੱਚ ਨਹੀਂ ਸਾੜਦੇ, ਉਹਨੂੰ ਦਫਨਾਉਂਦੇ ਨੇ। ਅਤੇ ਦਫਨਾਉਣ ਪਿੱਛੇ ਉਹਨਾਂ ਦੇ ਇੱਕ ਮਨੌਤ ਹੈ ਵੀ ਇੱਕ ਕਿਆਮਤ ਦਾ ਸਮਾਂ ਆਏਗਾ, ਇੱਕ ਦਿਨ ਆਏਗਾ ਜਿੱਦਣ ਇਹਨਾਂ ਨੂੰ ਕਬਰਾਂ ਵਿੱਚੋਂ ਬਾਹਰ ਕੱਢ ਕੇ ਇਹਨਾਂ ਦੇ ਕਰਮਾਂ ਮੁਤਾਬਕ ਇਹਨਾਂ ਨੂੰ ਬਿਸਤ ਅਤੇ ਦੋਜ਼ਖ ਦਿੱਤਾ ਜਾਏਗਾ। ਉਹ ਦਫਨਾਉਂਦੇ ਇਸ ਕਰਕੇ ਨਹੀਂ ਵੀ ਇੱਕ ਕਿਆਮਤ ਦਾ ਦਿਨ ਜਦੋਂ ਆਏਗਾ ਉਹਨਾਂ ਨੂੰ ਕਬਰਾਂ 'ਚੋਂ ਬਾਹਰ ਕੱਢਿਆ ਜਾਏਗਾ। ਜਿਹਦੇ ਕਰਮ ਚੰਗੇ ਹੋਏ ਉਹਨੂੰ ਬਿਸਤ ਮਿਲੇਗਾ, ਜਿਹਦੇ ਕਰਮ ਮਾੜੇ ਹੋਏ ਉਹਨੂੰ ਦੋਜ਼ਖ ਮਿਲੇਗਾ। ਇਹ ਮਰਨ ਤੋਂ ਬਾਅਦ ਦੀਆਂ ਗੱਲਾਂ ਨੇ। ਇੱਦਾਂ ਹੀ ਹਿੰਦੂਇਜ਼ਮ ਦੇ ਅੰਦਰ ਵੀ ਨਰਕ ਸਵਰਗ ਦੀ ਇੱਕ ਪਰਿਭਾਸ਼ਾ ਮੰਨੀ ਗਈ ਹੈ। ਤਾਂ ਹੀ ਬਾਬੇ ਕਬੀਰ ਵਰਗੇ ਯੋਧਿਆਂ ਨੂੰ ਇਹ ਗੱਲ ਕਹਿਣੀ ਪਈ ਸੀ ਵੀ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਕਿਉਂਕਿ ਉਹਦੇ ਵਿੱਚ ਕਾਂਛੀ ਅਤੇ ਮਗਰ ਦੀ ਧਰਤੀ ਦੇ ਨਾਲ ਸੰਬੰਧ ਵਿਚਾਰਾਂ ਸਨ। ਕਿਉਂਕਿ ਉਹਨਾਂ ਦਾ ਮੰਨਣਾ ਸੀ ਵੀ ਕਾਂਛੀ ਜਿਹੜਾ ਬੰਦਾ ਆਣ ਕੇ ਪ੍ਰਾਣ ਤਿਆਗਦਾ ਹੈ ਉਹਨੂੰ ਅੱਗੇ ਸਵਰਗ ਮਿਲਦਾ ਹੈ, ਜਿਹੜਾ ਬੰਦਾ ਕਾਂਛੀ ਨਹੀਂ ਆਏਗਾ ਉਹ ਬੈਕੁੰਠ ਤੋਂ ਵਾਂਝਾ ਰਹਿ ਜਾਏਗਾ। ਅਤੇ ਬਾਬੇ ਕਬੀਰ ਜੀ ਨੇ ਕਿਹਾ ਵੀ ਨਹੀਂ, ਮੈਨੂੰ ਨਾ ਤੁਹਾਡੇ ਸਵਰਗ ਦੀ ਲੋੜ ਹੈ ਅਤੇ ਨਾ ਮੈਨੂੰ ਤੁਹਾਡੇ ਨਰਕ ਦਾ ਕੋਈ ਡਰ ਹੈ। ਜੇ ਇੱਥੇ ਭਗਤ ਕਬੀਰ ਜੀ ਨੇ ਇਹ ਖਿਆਲ ਦਿੱਤਾ ਸੀ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦੀ, ਤੋਰੇ ਭਰੋਸਾ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਂਸ਼ੀ ਪਾਸੇ ਆਈ। ਉੱਥੇ ਗੱਲ ਕਲੀਅਰ ਕਹਿਤੀ
ਕਿ ਜਿਹੜੇ ਮਗਰ ਨੂੰ ਇਸਰਾਫੀ ਧਰਤੀ ਕਹਿੰਦੇ ਸੀ ਤੇ ਦਰਸ਼ਨ ਹੀ ਮਗਰ ਦੀ ਧਰਤੀ ਦੇ ਕੀਤੇ ਨੇ। ਭਾਵ ਲੋਕਾਂ 'ਚ ਉਹ ਖਿਆਲ ਕੱਢਣ ਲਈ ਕਿ ਕੋਈ ਧਰਤੀ ਚੰਗੀ ਮਾੜੀ ਨਹੀਂ ਹੁੰਦੀ, ਚੰਗੇ ਮਾੜੇ ਇਨਸਾਨ ਦੇ ਖਿਆਲ, ਚੰਗੇ ਮਾੜੇ ਇਨਸਾਨ ਦੇ ਕਰਮ ਭਾਵ ਆਦਤਾਂ ਹੁੰਦੀਆਂ ਨੇ। ਇੱਥੇ ਵੀ ਉਸੇ ਖਿਆਲ ਦਾ ਗੁਰਦੇਵ ਨੇ ਖੰਡਨ ਕੀਤਾ ਕਿ ਇਹ ਮੰਨਿਆ ਗਿਆ ਸੀ ਕਿ ਜਦੋਂ ਬੰਦਾ ਸੰਸਾਰ ਤੇ ਇੱਥੇ ਜ਼ਿੰਦਗੀ ਜਿਉਂਦਾ ਹੈ, ਇੱਥੇ ਚੰਗੇ ਮਾੜੇ ਕੰਮ, ਕਿਉਂਕਿ ਆਪਾਂ ਇਸ ਸਲੋਕ ਨੂੰ ਤੁਸੀਂ ਪਹਿਲੇ ਸਲੋਕ ਤੇ ਪੌੜੀ ਨਾਲ ਰਲਾ ਕੇ ਵੇਖੋ। ਪੌੜੀ ਵਿੱਚ ਗੁਰਦੇਵ ਨੇ ਵਿਚਾਰ ਦਿੱਤਾ ਸੀ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਸੱਚੇ ਨਾਲ ਚਿੱਤ ਲਾਉਣਾ, ਜਗਤ ਦੇ ਜੀਵਨ ਦੇਣ ਵਾਲੇ ਦਾਤੇ ਨਾਲ ਸਾਂਝ ਪਾਉਣੀ, ਇਹ ਉੱਤਮ ਵਿਚਾਰ ਹੈ। ਭਾਵ ਇੱਥੇ ਰਹਿ ਕੇ ਵਰਤਮਾਨ ਵਿੱਚ ਉਹਦੇ ਨਾਲ ਸਾਂਝ ਪਾਉਣੀ ਹੈ। ਪਹਿਲੇ ਸਲੋਕ, ਜਿਹੜੇ ਪਹਿਲੇ ਸਲੋਕ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਮੁਸਲਮਾਨ ਭਰਾਵਾਂ ਦੀ ਗੱਲ ਕੀਤੀ ਵੀ ਮੁਸਲਮਾਨਾਂ ਸਿਫਤ ਸ਼ਰੀਅਤ, ਉਹ ਸਰਾਂ ਦੀ ਸਿਫਤ ਸੁਣਨਾ ਵਧੇਰੇ ਪਸੰਦ ਕਰਦੇ ਆ, ਚੰਗੀ ਲੱਗਦੀ ਉਹਨਾਂ ਨੂੰ ਕਿ ਜੇ ਕੋਈ ਉਹਨਾਂ ਦੀ ਸਰਾਂ ਦੀ ਵਡਿਆਈ ਕਰਦਾ ਹੈ। ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ, ਪੜ੍ਹ ਪੜ੍ਹ ਕੇ ਉੱਤੇ ਵਿਚਾਰ ਕਰਦੇ ਆ। ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਉਹਨਾਂ ਦਾ ਇਹ ਮੰਨਣਾ ਹੈ ਕਿ ਦੇਖਣ ਕੋ ਦੀਦਾਰ, ਜਿਹੜਾ ਅੱਲਾ ਦੇ ਦੀਦਾਰ ਕਰਨ ਵਾਸਤੇ ਉਸ ਸ਼ਰਾਂ ਦੀ ਬੰਦਿਸ਼ ਵਿੱਚ ਆਉਂਦਾ ਹੈ, ਉਹਨੂੰ ਹੀ ਉਹ ਅਸਲੀ ਮੁਸਲਮਾਨ ਮੰਨਦੇ ਆ, ਭਾਵ ਪੱਕਾ ਮੁਸਲਮਾਨ ਮੰਨਦੇ, ਭਾਵ ਵਧੀਆ ਇਨਸਾਨ ਮੰਨਦੇ, ਭਾਵ ਜਿਹੜਾ ਸ਼ਰਾਂ ਦੇ ਵਿੱਚ ਆਉਂਦਾ ਹੈ। ਹੁਣ ਫਰਕ ਹੈ ਨਾ, ਇੱਕ ਸ਼ਰਾਂ ਹੈ ਉਸ ਮਾਲਕ ਦੀ, ਅਕਾਲ ਪੁਰਖ ਦੀ, ਜਿਹੜੀ ਸਾਰਿਆਂ ਦੇ ਉੱਤੇ ਇੱਕ ਬਰਾਬਰ ਲਾਗੂ ਹੈ। ਉਹ ਕਾਨੂੰਨ, ਹੁਕਮ ਰੂਪੀ ਜਿਹੜਾ ਕਾਨੂੰਨ ਸਾਰਿਆਂ ਤੇ ਲਾਗੂ ਹੈ, ਅਸੀਂ ਉਹਦੇ ਵਿੱਚ ਤੁਰ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ। ਹੁਣ ਉਸੇ ਸ਼ਰਾਂ ਵਿੱਚ ਕਿਤੇ ਨਾ ਕਿਤੇ ਇਹ ਵੀ ਖਿਆਲ ਹੈ ਕਿ ਤੁਸੀਂ ਮੁਰਦੇ ਨੂੰ ਦਫਨਾਉਣਾ ਹੈ, ਉਹਨੂੰ ਅੱਗ ਵਿੱਚ ਨਹੀਂ ਸਾੜਨਾ। ਪਾਤਸ਼ਾਹ ਨੇ ਉਸੇ ਖਿਆਲ ਦਾ ਖੰਡਨ ਇੱਥੇ ਕੀਤਾ ਹੈ। ਜਦੋਂ ਆਪਾਂ ਇਸ ਸ਼ਲੋਕ ਨੂੰ ਪੜ੍ਹਦੇ ਹਾਂ, ਗੁਰਦੇਵ ਜੀ ਕਹਿੰਦੇ, ਨਾਨਕ ਜਿਨ ਕਰਤੇ ਕਾਰਨ ਕੀਆ, ਜਿਸ ਕਰਤੇ ਨੇ ਕਾਰਨ ਕੀਆ, ਇਸ ਕਾਇਨਾਤ ਨੂੰ ਸਿਰਜਿਆ, ਸੋ ਜਾਣੇ ਕਰਤਾਰ, ਉਹ ਜਾਣਦਾ। ਤੁਹਾਡੇ ਇਹਨਾਂ ਦੇ ਐਸ ਕਰਮਾਂ ਦੇ ਨਾਲ ਤੁਸੀਂ ਕਿੱਦਾਂ ਉਸ ਜਗ ਜੀਵਨ ਦਾਤੇ ਨੂੰ ਪਾਲੋਗੇ? ਤੁਹਾਡੇ ਐਸ ਕਰਮਾਂ ਦੇ ਨਾਲ, ਸਰੀਰ ਦੇ ਤਲ ਦੇ ਉੱਪਰ ਕੀਤੇ ਹੋਏ ਇਹਨਾਂ ਕਰਮ ਕਾਂਡਾਂ ਨਾਲ ਤੁਸੀਂ ਉਹਦਾ ਕਿੱਦਾਂ ਭੇਤ ਪਾਲੋਗੇ? ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ, ਉਹ ਕਰਤਾਰ ਆਪ ਜਾਣਦਾ। ਤੇ ਇਸ ਉੱਥੇ ਇਸ ਮਨੌਤ ਦਾ ਖੰਡਨ ਕੀਤਾ, ਜਿਹੜੀ ਮਨੌਤ ਸਮਾਜ ਵਿੱਚ ਮੰਨੀ ਗਈ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸ਼ਲੋਕ ਬੜਾ ਪਿਆਰਾ ਹੈ, ਜਦੋਂ ਆਪਾਂ ਉਹਨਾਂ ਦੀਆਂ ਬਾਣੀ ਦੇ ਵਿੱਚੋਂ ਵਿਚਾਰਾਂ ਪੜ੍ਹਦੇ ਹਾਂ, ਤੇ ਗੁਰਦੇਵ ਜੀ ਨੇ ਇੱਕ ਇੱਕ ਖਿਆਲ ਨੂੰ ਖੋਲ੍ਹਣ ਵਾਸਤੇ ਕਈ ਕਈ ਥਾਵਾਂ 'ਤੇ ਸ਼ਬਦ, ਪੌੜੀਆਂ, ਸ਼ਲੋਕ ਉਚਾਰਨ ਕੀਤੇ ਨੇ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇੱਕ ਦੱਜੈ, ਇੱਕ ਦੱਬੀਐ, ਇੱਕ ਦੱਜੈ, ਦੱਜਣ ਦਾ ਅਰਥ ਹੈ ਸਾੜਨਾ। ਹੁਣ ਇੱਥੇ ਤੇ ਵੱਖ-ਵੱਖ ਮੱਤ ਨੇ, ਵੱਖ-ਵੱਖ ਮੱਤਾਂ ਦੇ ਵੱਖ-ਵੱਖ ਖਿਆਲ ਨੇ। ਜਦੋਂ ਬੰਦਾ ਚੜ੍ਹਾਈ ਕਰਦਾ, ਇੱਕ ਦੱਜੈ, ਦੱਜਣ ਦਾ ਅਰਥ ਹੈ ਇੱਕ ਸਾੜਦੇ ਨੇ, ਇੱਕ ਦੱਬੀਐ, ਇੱਕ ਦੱਬਣ ਵਾਲੇ ਨੇ, ਜਿਨ੍ਹਾਂ ਵਿੱਚ ਮੁਸਲਮਾਨ ਭਰਾ ਆਉਂਦੇ ਨੇ, ਕ੍ਰਿਸਚਨ ਆਉਂਦੇ ਨੇ, ਜਿਨ੍ਹਾਂ ਵਿੱਚ ਯਹੂਦੀ ਲੋਕ ਆਉਂਦੇ ਨੇ, ਸ਼ਾਮੀ ਮੱਤ ਵਾਲੇ ਜਿੰਨੇ ਵੀ ਲੋਕ ਨੇ। ਇੱਕ ਦੱਜੈ, ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਦਾਂ ਦੇ ਵੀ ਹੈਗੇ ਆ ਜਿਹੜੇ ਡੈੱਡ ਬੋਡੀ ਨੂੰ ਕੁੱਤੇ ਨੂੰ ਪਾਉਂਦੇ ਨੇ। ਇੱਕ ਨਾ ਕੁੱਤੇ ਖਾਹੇ, ਇੱਕ ਦੱਜੈ, ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀਐ। ਇੱਕ ਉਹ ਵੀ ਹੈਗੇ ਆ ਜਿਹੜੇ ਪਾਣੀ 'ਚ ਜਲ ਪ੍ਰਵਾਹ ਕਰ ਦਿੰਦੇ ਨੇ, ਆ ਪਾਣੀ ਵਿੱਚ ਰੋੜ ਦਿੰਦੇ ਨੇ, ਜਲ ਪ੍ਰਵਾਹ ਕਰਦੇ ਨੇ। ਇੱਕ ਪਾਣੀ ਵਿੱਚ ਉਸੱਟੀਐ, ਇੱਕ ਭੀ ਫਿਰ ਹੱਸਣ ਪਾਹੇ, ਹੱਸਣ ਕਹਿੰਦੇ ਨੇ ਸੁੱਕਾ ਖੂਹ, ਖੂਹ ਦੇ ਉੱਤੇ ਡੈੱਡ ਬੋਡੀ ਨੂੰ ਰੱਖ ਦਿੰਦੇ ਨੇ, ਉਹਦਾ ਮਾਸ ਪੰਛੀ ਖਾ ਜਾਂਦੇ ਆ, ਹੱਡੀਆਂ ਖੂਹ 'ਚ ਡਿੱਗ ਪੈਂਦੀਆਂ ਨੇ। ਉਹਨਾਂ ਦਾ ਆਪਣਾ ਆਪਣਾ ਤਰੀਕਾ ਹੈ। ਪਰ ਨਾਨਕ ਏਮ ਨਾ ਜਾ ਪਈ, ਕਿੱਥੇ ਜਾਏ ਸਮਾਹੇ। ਤੁਸੀਂ ਜਿਸ ਮਕਸਦ ਵਾਸਤੇ ਕਰ ਰਹੇ ਜੇ, ਇਹਨੂੰ ਮੁਕਤੀ ਮਿਲੇ, ਇਹ ਤਾਂ ਪਤਾ ਹੀ ਨਹੀਂ ਕਿੱਥੇ ਜਾਏ ਸਮਾਹੇ। ਤੁਹਾਡੇ ਫਿਰ ਇਸ ਮਨੌਤ ਦਾ ਅਰਥ ਕੀ ਰਹਿ ਗਿਆ? ਤੁਹਾਡੇ ਇਸ ਕਰਮ ਦਾ ਅਰਥ ਕੀ ਰਹਿ ਗਿਆ? ਬਸ ਆਹ ਫਰਕ ਸੀ ਦੂਜਿਆਂ ਮੱਤਾਂ ਨਾਲੋਂ। ਗੁਰਦੇਵ ਜੀ ਨੇ ਸਭ ਤੋਂ ਵੱਧ ਜ਼ੋਰ ਦਿੱਤਾ, ਇੱਥੇ ਆਪਣੀ ਜ਼ਿੰਦਗੀ ਨੂੰ ਸਵਾਰ, ਨਾ ਇਹ ਸੋਚ ਮੈਂ ਕਿੱਥੋਂ ਆਇਆ, ਨਾ ਇਹ ਸੋਚ ਮੈਂ ਕਿੱਥੇ ਜਾਣਾ, ਇਹ ਵੇਖ ਮੈਂ ਹੁਣ ਕੀ ਕਰਨਾ। ਐਡਾ ਵੱਡਾ ਬੋਝ ਲਾਇਆ ਸਾਡੇ ਦਿਮਾਗ 'ਚ। ਇੱਥੇ ਜਿੰਨੇ ਪਾਠ ਪੂਜਾ, ਜਿੰਨੀਆਂ ਅਰਦਾਸਾਂ ਮਰਨ ਤੋਂ ਬਾਅਦ ਬੰਦਿਆਂ ਲਈ ਹੋ ਰਹੀਆਂ ਨੇ, ਜਿਉਂਦੇ ਵਾਸਤੇ ਤੇ ਬੰਦਾ ਇਹੋ ਜਿਹਾ ਕੋਈ ਪਾਠ ਪੂਜਾ ਹੀ ਨਹੀਂ ਕਰਦਾ। ਤੁਸੀਂ ਵੇਖ ਲਓ ਮਾਰ ਕੇ ਧਿਆਨ। ਕਈਆਂ ਦੇ ਘਰਾਂ 'ਚ ਪਾਪਾ ਜੀ ਦਾ ਸਾਲ ਬਾਅਦ ਪਾਠ ਕਰਾਇਆ ਜਾਂਦਾ, ਅਤੇ ਜਿਉਂਦੇ ਭਾਵੇਂ ਪਾਪਾ ਜੀ ਨੇ ਕਦੀ ਪਾਠ ਕੀਤਾ ਨਾ, ਗੁੱਸਾ ਨਾ ਮਨਾਇਓ, ਇਹ ਗੱਲ ਸੱਚ ਹੈ। ਜਿਨ੍ਹਾਂ ਜਿਉਂਦੇ ਬਾਣੀ ਪੜ੍ਹੀ ਹੈ ਨਾ, ਉਹਨਾਂ ਦੇ ਮਗਰੋਂ ਇੱਦਾਂ ਦੇ ਅਡੰਬਰ ਕਰਨ ਦੀ ਲੋੜ ਨਹੀਂ ਹੈਗੀ। ਸੱਚ ਹੈ ਇਹ ਗੱਲ। ਜਿਹੜੇ ਮਰਨ ਤੋਂ ਬਾਅਦ ਪਾਠ ਪੂਜਾ ਕੀਤੀ ਜਾਂਦੀ ਹੈ, ਇਹਦਾ ਡੈੱਡ ਹੋਏ ਬੰਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਇਹ ਸਿੱਖੀ 'ਚ ਵੀ ਹੈ। ਵੱਖਰੀ ਗੱਲ ਹੈ, ਸਾਡੇ ਵੀ ਇੱਥੇ ਹੁੰਦਾ ਹੈ। ਇਹਦਾ ਕੋਈ ਦਾਦਾ ਪੜਦਾਦਾ ਚੜ੍ਹਾਈ ਕਰ ਜਾਏ, ਪੌਣੇ ਸਾਲ ਬਾਅਦ ਉਹਦਾ ਵਰੀਣਾ ਕਰਾਉਂਦੇ, ਉਹਨੂੰ ਚੇਤਾ ਕਰਾ ਕੇ
ਵੀ ਇਹ ਵੇਖੋ ਜੀ, ਮਗਰੋਂ ਇੱਕ ਬੰਨੇ ਤੁਸੀਂ ਪੂਰਾ ਜ਼ੋਰ ਲਾਤਾ ਜਦੋਂ ਉਹਦੀ ਡੈਥ ਹੋਈ, ਇੱਕ ਵਾਰੀ ਪੂਰਾ। ਹੁਣ ਤੁਸੀਂ ਵੇਖੋ, ਜੇ ਤੇ ਫਰੂਟ ਆਪਾਂ ਖਾਣਾ ਤੇ ਆਪਾਂ ਘਰੇ ਖਾਵਾਂਗੇ, ਉੱਥੇ ਜਿੱਥੇ ਸੰਸਕਾਰ ਕੀਤਾ ਉੱਥੇ ਫਰੂਟ ਖਾਣ ਦਾ ਕੀ ਅਰਥ ਹੈ? ਕਿਤੇ ਨਾ ਕਿਤੇ ਮਨ 'ਚ ਖਿਆਲ ਆਣਾ ਵੀ ਫਰੂਟ ਪਾਪਾ ਜੀ ਨੇ ਖਾਣਾ, ਫਰੂਟ ਬੀਬੀ ਜੀ ਨੇ ਖਾਣਾ, ਜਿਹਦੀ ਡੈਥ ਹੋਈ ਹੈ, ਕੋਈ ਵੀ ਹੋ ਸਕਦਾ, ਭੂਆ ਜੀ ਦੀ ਡੈਥ ਹੋਈ ਹੈ, ਫੁੱਫੜ ਜੀ ਦੀ ਡੈਥ ਹੋਈ ਹੈ, ਮਾਸੀ ਮਾਸੜ ਦੀ ਡੈਥ ਹੋਈ ਹੈ, ਲੈ ਕੇ ਜਾਂਦੇ ਨਾ ਫਰੂਟ। ਕਈਆਂ ਨੇ ਡੈਡ ਬੋਡੀ, ਤੁਸੀਂ ਵੀ ਜਦੋਂ ਸੰਸਕਾਰ ਕਰਦੇ ਆ ਬਾਅਦ ਵਿੱਚ ਉੱਥੇ ਸਮੱਗਰੀ ਰੱਖ ਕੇ ਆਉਂਦੇ ਆ। ਅੱਛਾ ਜੀ, ਕਹਿਣਗੇ ਵੇਖੋ ਜੀ ਸਾਨੂੰ ਪਤਾ, ਇਹਦਾ ਮਤਲਬ ਜੇ ਪਕਵਾਨ ਕੋ ਫਰੂਟ ਤੁਸੀਂ ਖਾਣਾ, ਤੁਸੀਂ ਘਰੇ ਖਾ ਸਕਦੇ ਸੀ, ਜਾਂ ਤੁਸੀਂ ਕਿਸੇ ਨੂੰ ਖਵਾਉਣਾ ਸੀ ਤੁਸੀਂ ਸਿੱਧਾ ਖਵਾ ਸਕਦੇ ਸੀ, ਉੱਥੇ ਖੜਨ ਦਾ ਕੀ ਅਰਥ ਹੈ? ਕਿਉਂਕਿ ਮਨ 'ਚ ਖਿਆਲ ਹੈ ਇੱਥੇ ਭੇਜਿਆ ਹੋਇਆ ਫਰੂਟ ਉਸ ਡੈਡ ਬੰਦੇ ਨੂੰ ਪਹੁੰਚੇਗਾ। ਉਹ ਵੀ ਹੱਸਦਾ ਹੋਣਾ ਵੀ ਜਦੋਂ ਜਿਉਂਦਾ ਸੀ ਉਦੋਂ ਤੇ ਫਰੂਟ ਅੰਦਰ ਵੜ ਕੇ ਖਾ ਲੈਂਦੇ ਸੀ, ਉਦੋਂ ਤੇ ਮੈਨੂੰ ਖਾਣ ਵਾਲੀ ਚੀਜ਼ਾਂ। ਕਈ ਪਰਿਵਾਰਾਂ 'ਚ ਐਸਾ, ਕਈ ਤਾਂ ਆਪਣੇ ਘਰ ਆਈ ਚੀਜ਼ ਆਪਣੇ ਬਜ਼ੁਰਗਾਂ ਨਾਲ ਸ਼ੇਅਰ ਕਰਦੇ ਆ, ਸਭ ਤੋਂ ਪਹਿਲਾਂ ਉਹਨਾਂ ਨੂੰ ਖਵਾਉਂਦੇ ਆ, ਫਿਰ ਆਪ ਖਾਂਦੇ ਆ। ਕਈਆਂ ਘਰਾਂ 'ਚ ਐਸਾ ਵੀ ਹੈਗਾ, ਆਪ ਨੌ ਪੋਤਰੇ ਪੁੱਤਰ ਅੰਦਰ ਵੜ ਕੇ ਖਾ ਲੈਂਦੇ ਆ, ਬਜ਼ੁਰਗਾਂ ਨੂੰ ਪੁੱਛਦੇ ਕੋਈ ਨਹੀਂ। ਨਹੀਂ ਸੱਚ ਹੈ, ਤੇ ਪੁੱਛਦੇ ਹੋਣ ਤੇ ਬਿਰਧ ਆਸ਼ਰਮਾਂ 'ਚ, ਚੰਗੇ ਚੰਗੇ ਪਰਿਵਾਰਾਂ ਦੇ ਬਜ਼ੁਰਗ ਵੀ ਬਿਰਧ ਆਸ਼ਰਮਾਂ 'ਚ ਰੁਲਦੇ ਪਏ ਨੇ, ਚੰਗੇ ਚੰਗੇ ਪਰਿਵਾਰਾਂ ਦੇ ਬਜ਼ੁਰਗ। ਤੋ ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਆਪਾਂ ਅੱਜ ਦੇ ਵਿਸ਼ੇ ਨਾਲ ਗੱਲ ਕਰੀਏ ਕਿ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਵੱਖਰੀਆਂ ਵੱਖਰੀਆਂ ਮਨੌਤਾਂ ਬਣਾ ਕੇ ਬੈਠੇ ਨੇ, ਤੇ ਪਾਤਸ਼ਾਹ ਨੇ ਇੱਥੇ ਕਹਿਤਾ, ਮਿੱਟੀ ਮੁਸਲਮਾਨ ਕੀ। ਇਹ ਮੁਸਲਮਾਨ ਭਰਾ, ਇੱਥੇ ਇਕੱਲੇ ਮੁਸਲਮਾਨ ਤੇ ਗੱਲ ਨਾ ਲਾਈਏ ਆਪਾਂ, ਇੱਥੇ ਕ੍ਰਿਸਚਨ ਵੀ ਆ, ਯਹੂਦੀ ਵੀ ਆ, ਜਿਨ੍ਹਾਂ ਦਾ ਵੀ ਇਹ ਮੰਨਣਾ ਹੈ ਕਿ ਅਸੀਂ ਮੁਰਦੇ ਨੂੰ ਤਾਂ ਨਹੀਂ ਸਾੜਦੇ, ਕਿਉਂਕਿ ਉਹਨਾਂ ਦੇ ਮੁਰਦੇ ਨੂੰ ਸਾੜਨਾ ਬੜਾ ਗੁਨਾਹ ਮੰਨਿਆ ਗਿਆ। ਕਹਿੰਦੇ ਅਜੇ ਜਿਹਦੇ ਕਰਮਾਂ ਦਾ ਹਿਸਾਬ ਹੋਣਾ ਸੀ, ਇਹ ਤਾਂ ਸੜ ਗਿਆ, ਜੋ ਕਿਆਮਤ ਦਾ ਦਿਨ ਹੈਗਾ ਇਹਨੂੰ ਬਾਹਰ ਕੱਢਿਆ ਜਾਣਾ, ਇੱਦਾਂ ਇਹਦੇ ਕੋਲ ਇੱਦਾਂ ਹਿਸਾਬ ਕਿਤਾਬ ਹੋਏਗਾ, ਫਿਰ ਭਿਸਤ ਤੇ ਦੋਜ਼ਕ, ਇਹਦੇ ਕਰਮਾਂ ਮੁਤਾਬਕ ਇਹਨੂੰ ਭਿਸਤ ਤੇ ਦੋਜ਼ਕ ਮਿਲੇਗਾ। ਪਾਤਸ਼ਾਹ ਕਹਿੰਦੇ ਮਿੱਟੀ ਮੁਸਲਮਾਨ ਕੀ, ਪੇੜਾ, ਪੇੜੇ ਦਾ ਅਰਥ ਵਸ, ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਬਾਹਰ। ਘੜ ਭਾਂਡੇ ਇੱਟਾਂ ਕੀਆਂ, ਮਿੱਟੀ ਮੁਸਲਮਾਨ ਕੀ। ਇੱਥੇ ਮਿੱਟੀ ਮੁਸਲਮਾਨ ਕੀ ਦਾ ਅਰਥ ਹੈ ਜਿੱਥੇ ਦਫਨਾਇਆ ਜਾਂਦਾ ਬੰਦੇ ਨੂੰ। ਸਮਾਂ ਪਾ ਕੇ ਤੁਸੀਂ ਵੇਖਿਆ ਕਈ ਵਾਰੀ ਉੱਥੇ ਭੱਠੇ ਲੱਗ ਜਾਂਦੇ ਆ, ਕਿਉਂਕਿ ਯੁੱਗ ਬੀਤਣ ਤੋਂ ਬਾਅਦ ਬੜਾ ਕੁਝ ਵਾਪਰਦਾ, ਆਪਾਂ ਨੂੰ ਕੀ ਪਤਾ ਜਿੱਥੇ ਅੱਜ ਆਪਾਂ ਬੰਦੇ ਨੂੰ ਦਫਨਾਇਆ ਇੱਥੇ ਕੀ ਹੋਣਾ ਬਾਅਦ ਵਿੱਚ। ਉੱਥੋਂ ਹੀ ਕਈ ਵਾਰੀ ਉੱਥੋਂ ਹੀ ਇੱਟਾਂ ਬਣਾ ਕੇ ਭੱਠੇ ਵਿੱਚ ਬਾਲੀਆਂ ਜਾਂਦੀਆਂ ਨੇ, ਪਕਾਈਆਂ ਜਾਂਦੀਆਂ ਨੇ, ਉੱਥੋਂ ਹੀ ਭਾਂਡੇ ਬਣਾ ਕੇ ਫਿਰ ਚੱਪਣੀਆਂ ਛਕਾਲੇ, ਫਿਰ ਘੁਮਿਆਰ ਉਹਨੂੰ ਸੋਹਣੇ ਤਰੀਕੇ ਨਾਲ ਚੱਕ ਤੇ ਚਾੜ ਕੇ ਜਦੋਂ ਅੱਗ ਵਿੱਚ ਪਾਉਂਦਾ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਤਰਕ ਕੀਤਾ, ਕਹਿੰਦੇ ਜਿਹੜੀ ਅੱਗ ਤੋਂ ਤੁਸੀਂ ਡਰਦੇ ਨੂੰ ਉਸ ਵਕਤ ਨਹੀਂ ਸਾੜਿਆ, ਅੱਜ ਮਿੱਟੀ ਤੇ ਫੇਰ ਹੀ ਸੜ ਰਹੀ ਨੇ, ਦਫਨਾਇਆ ਤੇ ਮਿੱਟੀ 'ਚ ਹੀ ਹੈ ਨਾ, ਦਫਨਾਇਆ ਤੇ ਮਿੱਟੀ 'ਚ। ਜਾਂ ਤੁਸੀਂ ਉਧਰ ਲਿਖ ਕੇ ਲਾ ਜਾਓ ਵੀ ਇੱਥੇ ਕੋਈ ਭੱਠਾ ਨਾ ਲਾਵੇ, ਇੱਥੇ ਕੋਈ ਕੱਲ੍ਹ ਨੂੰ ਕੋਈ ਭਾਂਡਾ ਇੱਟ ਤਿਆਰ ਨਾ ਕਰੇ, ਇੱਦਾਂ ਤਾਂ ਕਦੀ ਹੁੰਦਾ ਹੀ ਨਹੀਂ। ਅੱਜ ਆਪਾਂ ਸਮਾਜ ਵਿੱਚ ਵੇਖਦੇ ਹਾਂ, ਤੁਹਾਨੂੰ ਕੀ ਪਤਾ ਆਪਣੇ ਇਲਾਕੇ ਵਿੱਚ ਜਿੱਥੇ ਜਿੱਥੇ ਅੱਜ ਭੱਠੇ ਲੱਗੇ ਨੇ, ਤਿੰਨ ਜਦੋਂ ਆ ਕਿਸਾਨਾਂ ਦੇ ਖੇਤਾਂ ਵਿੱਚ ਜਦੋਂ ਉਹ ਇੱਟਾਂ ਬਣਾਉਂਦੇ ਨੇ, ਕੀ ਪਤਾ ਇੱਥੇ ਕੱਲ੍ਹ ਨੂੰ ਕਿਤੇ ਕਿੰਨੇ 100 ਸਾਲ ਪਹਿਲਾਂ ਇੱਥੇ ਕਦੀ ਕਬਰਸਤਾਨ ਰਿਹਾ ਹੋਵੇ, ਕੀ ਪਤਾ ਕਿਸੇ ਨੂੰ। ਜਦੋਂ ਧਰਤੀ ਪੁੱਟਦੇ ਬਹੁਤ ਵਾਰੀ ਹੱਡੀਆਂ ਨਿਕਲਦੀਆਂ ਨੇ ਬੰਦਿਆਂ ਦੀਆਂ ਉੱਥੋਂ। ਕਦੀ ਇਹ ਵੀ ਸਮਾਂ ਰਿਹਾ, ਕਹਿੰਦੇ ਜਿੱਥੇ ਵੱਧ ਕਬਰਸਤਾਨ ਹੈ ਉੱਥੇ ਇੱਟਾਂ ਬਣਾਓ ਦੀ ਮਿੱਟੀ ਚੀਕਣੀ ਹੁੰਦੀ ਹੈ। ਗੁਰੂ ਸਾਹਿਬ ਜੀ ਨੂੰ ਕਹਿਣਾ ਪਿਆ ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਉਹਦੇ ਘੜ ਕੇ ਭਾਂਡੇ ਇੱਟਾਂ ਤਿਆਰ ਕੀਤੀਆਂ, ਤੇ ਜਲਦੀ ਕਰੇ ਪੁਕਾਰ। ਉਹ ਮਿੱਟੀ ਅੱਜ ਜਲਦੀ ਪੁਕਾਰ ਕਰ ਰਹੀ ਹੈ, ਸੜਦੀ ਪੁਕਾਰ ਕਰ ਰਹੀ ਹੈ, ਰੋ ਰਹੀ ਆ ਕਿ ਉਸ ਵਕਤ ਤੇ ਮੈਨੂੰ ਸੜ ਨੂੰ ਬਚਾ ਲਿਆ, ਅੱਜ ਬਚਾ ਕੇ ਵਿਖਾ, ਉਦੋਂ ਤਾਂ ਮੈਨੂੰ ਸੜ ਨਹੀਂ ਦਿੱਤਾ। ਮਿੱਟੀ ਭਾਵਕ ਹੈ, ਇੱਥੇ ਮਿੱਟੀ ਸ਼ਬਦ ਤਾਂ ਵਰਤਿਆ ਕਿ ਹੈ ਤਾਂ ਜਿਸਮ ਮਿੱਟੀ ਆ ਨਾ, ਤੁਸੀਂ ਬੰਦੇ ਦੀ ਡੈੱਡ ਬੋਡੀ ਨੂੰ ਵੈਸੇ ਵੀ ਮਿੱਟੀ ਤੇ ਰੱਖ ਦਿਓ, ਸਮਾਂ ਪਾ ਕੇ ਮਿੱਟੀ ਬਣ ਜਾਂਦੀ ਹੈ। ਵੈਸੇ ਕੱਲੀ ਤੁਸੀਂ ਡੈੱਡ ਬੋਡੀ ਦੀ ਗੱਲ ਨਾ ਕਰੋ, ਤੁਸੀਂ ਕੋਈ ਵੀ ਚੀਜ਼ ਰੱਖੋ, ਸਮਾਂ ਪਾ ਕੇ ਉਹ ਖਤਮ ਹੋ ਜਾਂਦੀ, ਮਿੱਟੀ ਵਿੱਚ ਹੀ ਰਲ ਜਾਂਦੀ ਹੈ। ਲੋਹਾ ਪਿਆ ਰਵੇ, ਤੁਸੀਂ ਵੇਖੋ ਲੋਹਾ ਜਿਹੜਾ ਉਹਨੂੰ ਮਿੱਟੀ ਖਾ ਕੇ ਵਿੱਚ ਰਲਾ ਦਿੰਦੀ ਆਪਣੇ, ਹੌਲੀ ਹੌਲੀ ਸਮਾਂ ਪਾ ਕੇ ਉਹ ਤਾਕਤ ਰਹਿ ਜਾਂਦੀ ਜਿਹੜੀ ਲੋਹੇ ਦੀ ਪਹਿਲਾਂ ਸੀ। ਜੰਗਾਲ ਲੱਗ ਕੇ ਖੁਰ ਖੁਰ ਕੇ ਵਿੱਚ ਜਿੱਥੋਂ ਆਇਆ ਸੀ ਉੱਥੇ ਚਲਾ ਗਿਆ। ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਤੇ ਜਲ ਰੋਵੇ ਬੱਪੜੀ, ਅੱਜ ਜਲ ਕੇ ਬੱਪੜੀ ਵਿਚਾਰੀ ਰੋ ਰਹੀ ਹੈ। ਝੜ ਪਵੇਂ ਅੰਗਿਆਰ, ਅੱਜ ਅੰਗਿਆਰੇ ਨਹੀਂ ਡਿੱਗ ਰਹੇ ਉਹਦੇ, ਜਿਹੜੀ ਉਦੋਂ ਸੜ ਨੂੰ ਬਚਾ ਲਿਆ। ਅੱਜ ਹੁਣ ਜਿਸ ਮਨੌਤ ਵਾਸਤੇ, ਜਿਸ ਬਿਸ ਦੇ ਲਾਲਚ ਵਾਸਤੇ ਕੰਮ ਕੀਤਾ, ਉਹ ਤੇ ਗੱਲ ਫੇਰ ਨਾ ਬਣੀ। ਤੇ ਪਾਤਸ਼ਾਹ ਕਹਿੰਦੇ ਜੇ ਜ਼ੋਰ ਇਸੇ ਗੱਲ ਤੇ ਦਿੱਤਾ ਹੁੰਦਾ ਕਿ ਆਪਾਂ ਜ਼ਿੰਦਗੀ ਨੂੰ ਬਿਸਤ ਬਣਾ ਲਈਏ, ਤੇ ਕਿੰਨਾ ਸੋਹਣਾ ਲੌਜਿਕ ਦਿੱਤਾ ਗੁਰਦੇਵ ਜੀ ਨੇ।
ਕਿੰਨੀ ਸੋਹਣੀ ਗੱਲ ਸਮਝਾਈ ਮਹਾਰਾਜ ਨੇ। ਝੜ ਝੜ ਰੋਵੇਂ ਬੱਪੜੀ ਝੜ ਝੜ, ਕਿੰਨੀ ਕਹਿੰਦੇ ਝੜ ਝੜ, ਜਲ ਜਲ ਰੋਵੇ ਬੱਪੜੀ ਝੜ ਝੜ ਪਵੇਂ ਅੰਗਿਆਰ। ਜਲ ਜਲ ਕੇ ਰੋਂਦੀ ਹੈ ਤੇ ਝੜ ਝੜ ਕੇ ਅੰਗਿਆਰ ਜ਼ਮੀਨ ਤੇ ਡਿੱਗਦੇ ਨੇ, ਖੜਦੇ ਨੇ, ਕੋਲੇ ਹੋਈ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਗੱਲ ਤੇ ਇੱਥੇ ਸੀ, ਜਗ ਜੀਵਨ ਦਾ ਤਾਂ ਉੱਤਮ ਇਹ ਵਿਚਾਰ ਹੈ। ਉੱਤਮ ਵਿਚਾਰ ਤੇ ਇਹੋ ਸੀ ਨਾ ਕਿ ਸੱਚੇ ਨਾਲ ਚਿੱਤ ਲਾਉਣਾ, ਜਗਤ ਦੇ ਜੀਵਨ ਨੂੰ ਪਾਉਣਾ। ਇੱਥੇ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨਾਲ ਸਾਂਝ ਨਹੀਂ ਪਾਈ, ਖਿਆਲ ਇਹ ਪਾ ਲਿਆ ਕਿ ਜੋ ਇੱਥੇ ਮਰਜ਼ੀ ਕਰੀ ਜਾਓ, ਬਸ ਕਿਆਮਤ ਦਾ ਦਿਨ ਆਉਣਾ, ਉਹਦੇ ਹਿਸਾਬ ਨਾਲ ਸਾਨੂੰ ਅੱਗੇ ਬਿਸਤ ਮਿਲਣਾ, ਮਗਰੋਂ ਦਾਨ ਪੁੰਨ ਪੂਜਾ ਕਰ ਲਓ। ਹੁਣ ਸੁਣਿਓ ਧਿਆਨ ਨਾਲ ਗੱਲ। ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਪਿਆਰਾ ਸ਼ਬਦ ਸਾਡੀ ਝੋਲੀ ਵਿੱਚ ਪਾਇਆ, ਬੜੀ ਪਿਆਰੀ ਦਾਤ ਬਖਸ਼ਿਸ਼ ਕੀਤੀ ਗੁਰਦੇਵ ਜੀ ਨੇ ਇਹ ਗਿਆਨ ਦੇ ਕੇ ਸਾਨੂੰ। ਪਾਤਸ਼ਾਹ ਕਹਿੰਦੇ ਨੇ ਅਮਲ ਕਰ ਧਰਤੀ, ਭਾਵੇਂ ਇੱਕ ਕਾਜੀ ਨਾਲ ਸੰਬੰਧਿਤ ਰੱਖਦਾ ਸ਼ਬਦ, ਕਹਿੰਦੇ ਕਿ ਅਮਲ ਕਰ ਧਰਤੀ, ਆਪਣੇ ਅਮਲਾਂ ਨੂੰ ਧਰਤੀ ਬਣਾ ਲਾ। ਬੀਜ ਸ਼ਬਦੋ ਕਰ, ਸ਼ਬਦ ਦਾ ਬੀਜ ਬਣਾ ਲਾ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ, ਸੱਚਾਈ ਦਾ ਪਾਣੀ ਦੇ। ਸੱਚ ਕੀ ਆਬ ਨਿਤ ਦੇ ਪਾਣੀ, ਨਿਤ ਪਾਣੀ ਦੇ। ਹੋਏ ਕਰਸਾਨ ਈਮਾਨ ਜਮਾਏ ਲੈ, ਬਿਸਤ ਦੋਜਕ ਮੂੜੇ ਏਮ ਜਾਣੀ। ਐਦਾਂ ਤੈਨੂੰ ਮੂੜਿਆ ਮੂਰਖਾ ਪਤਾ ਲੱਗ ਜੂ ਬਿਸਤ ਕੀ ਆ ਤੇ ਦੋਜਕ ਕੀ ਆ। ਮਰਨ ਤੋਂ ਬਾਅਦ ਬਿਸਤ ਦੋਜਕ ਦੀ ਗੱਲ ਨਹੀਂ ਆ। ਐਦਾਂ ਕਹਿੰਦਾ ਅਮਲ ਕਰ ਧਰਤੀ, ਆਪਣੇ ਕਰੈਕਟਰ ਨੂੰ, ਆਪਣੇ ਕਿਰਦਾਰ ਨੂੰ ਧਰਤੀ ਬਣਾ ਲਾ। ਬੀਜ ਸ਼ਬਦੋ ਕਰ, ਸੱਚ ਦਾ ਬੀਜ ਪਾ ਲਾ। ਬੀਜ ਕਰ ਸ਼ਬਦੋ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ, ਸੱਚਾਈ ਦਾ ਪਾਣੀ ਦੇ, ਸੱਚ ਦਾ ਪਾਣੀ ਦੇ। ਨਿਤ ਦੇ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ। ਇੱਦਾਂ ਸੋਹਣਾ ਜਿਹਾ ਕਿਰਸਾਨ ਬਣ ਜਾ, ਆਪਣੇ ਅੰਦਰ ਈਮਾਨ ਪੈਦਾ ਕਰ, ਸ਼ਰਧਾ ਪੈਦਾ ਕਰ, ਭਰੋਸਾ ਤੇ ਵਿਸ਼ਵਾਸ ਪੈਦਾ ਕਰ। ਬਿਸਤ ਦੋਜਕ ਮੂੜੇ ਏਮ ਜਾਣ, ਮਤ ਜਾਣ ਸ਼ੈ ਗੱਲ ਨਹੀਂ ਪਾਇਆ। ਮਾਲਕੇ ਮਾਣੇ ਰੂਪ ਕੀ ਸ਼ੋਭਾ, ਇਹ ਤਾਂ ਵਿਧੀ ਜਨਮ ਗਵਾਇਆ। ਨਾਨਕ ਜਿਨ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾਰ, ਉਹਦੀ ਰਜਾ 'ਚ ਤੁਰਨਾ ਸੀ। ਸਾਧ ਜੀ ਇੱਕ ਬੇਨਤੀ ਹੋਰ ਕਰਾਂ, ਜਿਸ ਸ਼ਲੋਕ ਦਾ ਆਪਾਂ ਅੱਜ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਇਸ ਸ਼ਲੋਕ ਨਾਲ ਇੱਕ ਸਾਖੀ ਵੀ ਜੁੜੀ ਹੋਈ ਹੈ। ਜਿਹੜੇ ਸਰੋਤੇ ਲਗਾਤਾਰ ਕਥਾ ਵਿਚਾਰਾਂ ਸੁਣਦੇ ਨੇ, ਦੀਵਾਨ ਅਟੈਂਡ ਕਰਦੇ, ਉਹਨਾਂ ਨੇ ਇਹ ਸਾਖੀਆਂ ਸੁਣੀਆਂ ਵੀ ਹੋਣਗੀਆਂ। ਇਸ ਸ਼ਲੋਕ ਦੀ ਜਿਹੜੀ ਆਰੰਭ ਵਾਲੀ ਤੁਕ ਹੈ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਰਾਮ ਰਾਏ ਦੇ ਨਾਲ ਇਸ ਸ਼ਲੋਕ ਨਾਲ ਇੱਕ ਸਾਖੀ ਜੁੜੀ ਹੋਈ ਹੈ। ਧਿਆਨ ਨਾਲ ਸੁਣਿਓ ਇਸ ਗੱਲ ਨੂੰ ਕਿ ਜਦੋਂ ਔਰੰਗਜ਼ੇਬ ਰਾਮ ਰਾਏ ਨੂੰ ਆਪਣੇ ਦਰਬਾਰ ਵਿੱਚ ਬੁਲਾਉਂਦਾ ਹੈ, ਗੁਰੂ ਹਰਿ ਰਾਏ ਪਾਤਸ਼ਾਹ ਮਹਾਰਾਜ ਜੀ ਨੂੰ ਔਰੰਗਜ਼ੇਬ ਆਪਣੇ ਦਰਬਾਰ ਵਿੱਚ ਬੁਲਾਉਂਦਾ ਹੈ, ਤੇ ਗੁਰੂ ਹਰਿ ਰਾਏ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਭੇਜਦੇ ਨੇ। ਵੈਸੇ ਇਹ ਗੱਲ ਪਹਿਲੀ ਵਾਰੀ ਨਹੀਂ ਹੋਈ। ਇਸ ਤੋਂ ਪਹਿਲਾਂ ਜਦੋਂ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤਾਂ ਪਹੁੰਚੀਆਂ ਸੀ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਿਕਟਵਰਤੀ ਭਾਈ ਜੇਠਾ ਜੀ ਨੂੰ ਉੱਥੇ ਵਿਚਾਰ ਚਰਚਾ ਕਰਨ ਵਾਸਤੇ ਭੇਜਿਆ ਸੀ। ਜਿਨ੍ਹਾਂ ਨੂੰ ਵੀ ਗੁਰੂ ਸਾਹਿਬ ਭੇਜਦੇ ਨੇ ਪੂਰਨ ਤੌਰ 'ਤੇ ਵਿਸ਼ਵਾਸ ਹੁੰਦਾ ਹੈ, ਇੱਦਾਂ ਨਹੀਂ ਭੇਜ ਦਿੰਦੇ। ਵਿਸ਼ਵਾਸ ਸੀ ਕਿ ਜਿਹੜੀ ਵੀ ਉੱਥੇ ਵਿਚਾਰ ਵਟਾਂਦਰਾ ਹੋਏਗਾ, ਗੱਲਬਾਤ ਹੋਏਗੀ, ਉੱਥੇ ਸੋਹਣੇ ਤਰੀਕੇ ਨਾਲ ਭਾਈ ਜੇਠਾ ਜੀ ਜਵਾਬ ਦੇਣਗੇ, ਤੇ ਦਿੱਤਾ ਵੀ। ਇਹਦਾ ਸਬੂਤ ਸੀ ਕਿ ਉਹ ਅਕਬਰ ਬਾਦਸ਼ਾਹ ਬਾਅਦ ਵਿੱਚ ਭਾਈ ਜੇਠਾ ਜੀ ਦੀਆਂ ਉਹਨਾਂ ਵਿਚਾਰਾਂ ਤੋਂ ਇੰਨੇ ਪ੍ਰਭਾਵਿਤ ਹੋਏ। ਤੇ ਕੁਦਰਤੀ ਗੱਲ ਹੈ ਕਿ ਐਡਾ ਵੱਡਾ ਦਰਬਾਰ, ਦੇਸ਼ ਦਾ ਬਾਦਸ਼ਾਹ ਹੋਵੇ ਤੇ ਉਹਦੇ ਦਰਬਾਰ ਵਿੱਚ ਕੋਈ ਮਾਮੂਲੀ ਵਿਦਵਾਨ ਤੇ ਬੈਠੇ ਨਹੀਂ ਹੋਣਗੇ, ਬੜੇ ਵੱਡੇ ਕਾਜੀ ਮੁਲਾਣੇ ਬੈਠੇ ਹੋਣਗੇ, ਪੰਡਤ ਬੈਠੇ ਹੋਣਗੇ, ਜਿਨ੍ਹਾਂ ਨੇ ਕਈ ਕਈ ਗ੍ਰੰਥ ਮੂੰਹ ਜ਼ਬਾਨੀ ਯਾਦ ਹੋਣਗੇ। ਤੇ ਉਹਨਾਂ ਦੇ ਸਾਹਮਣੇ ਜਦੋਂ ਭਾਈ ਜੇਠੇ ਨੇ ਬਾਣੀ ਦੀਆਂ ਦਲੀਲਾਂ ਦੇ ਕੇ ਸਮਝਾਇਆ ਹੋਏਗਾ, ਅਕਬਰ ਬਾਦਸ਼ਾਹ ਵਰਗੇ ਪ੍ਰਭਾਵਿਤ ਹੋਏ। ਲਾਈਆਂ ਉਹਨਾਂ ਸ਼ਿਕਾਇਤਾਂ ਸੀ ਪਰ ਪ੍ਰਭਾਵਿਤ ਹੋਏ। ਇਸੇ ਤੋਂ ਬਾਅਦ ਅਕਬਰ ਮੁੜ ਕੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਸੰਗਤ ਕਰਨ ਵਾਸਤੇ ਵੀ ਆਇਆ ਸੀ। ਬਹੁਤ ਕੁਝ ਆਪਣੇ ਵੱਲੋਂ ਅਰਪਣ ਕਰਨ ਵਾਸਤੇ ਵੀ ਆਇਆ ਸੀ। ਖੈਰ ਇਹ ਇੱਕ ਅਲੱਗ ਵਿਸ਼ਾ ਹੈ ਕਿ ਗੁਰੂ ਸਾਹਿਬ ਜੀ ਤੋਂ ਇੰਨਾ ਪ੍ਰਭਾਵਿਤ ਸੀ, ਗੁਰੂ ਸਾਹਿਬ ਜੀ ਨੇ ਸਤੀ ਪ੍ਰਥਾ, ਘੁੰਡ ਪ੍ਰਥਾ, ਇਹ ਸਭ ਬੰਦ ਕਰਾਏ ਸਨ। ਗੁਰੂ ਸਾਹਿਬ ਨੇ ਸਮਾਜ ਸੁਧਾਰ ਕੰਮ ਕੀਤੇ ਸਨ। ਜੇ ਸਮੇਂ ਦੇ ਬਾਦਸ਼ਾਹ ਗੁਰੂ ਸਾਹਿਬ ਤੋਂ ਪ੍ਰਭਾਵਿਤ ਸੀ ਤੇ ਪਾਤਸ਼ਾਹ ਜੀ ਨੇ ਨਿੱਜ ਵਾਸਤੇ ਕੋਈ ਫਾਇਦਾ ਨਹੀਂ ਲਿਆ ਵੀ ਨਿੱਜੀ ਕੋ ਉਹਨਾਂ ਕੋਲੋਂ ਕੋਈ ਆਪਣੇ ਵਾਸਤੇ ਕੋਈ ਸਹੂਲਤ ਲਈ ਹੋਵੇ। ਸਮਾਜ ਵਾਸਤੇ ਜਿਹੜੀ ਸਤੀ ਪ੍ਰਥਾ ਕਰਕੇ ਕੋਈ ਪਤੀ ਮਰਦਾ ਸੀ ਤੇ ਪਤਨੀ ਨੂੰ ਨਾਲ ਚਿਖਾ ਵਿੱਚ ਸਾੜ ਦਿੱਤਾ ਜਾਂਦਾ ਸੀ,
ਸਤੀ ਪ੍ਰਥਾ ਜਿਹੜਾ ਔਰਤ ਤੇ ਜ਼ੁਲਮ ਹੋ ਰਿਹਾ ਸੀ, ਇਹ ਸਦਾ ਵਾਸਤੇ ਅਕਬਰ ਬਾਦਸ਼ਾਹ ਦੇ ਕੋਲੋਂ ਬੰਦ ਕਰਾ ਦਿੱਤੀ। ਇਹ ਗੁਰੂ ਸਾਹਿਬ ਜੀ ਦੇ ਸਮਾਜ ਸੁਧਾਰ ਕੰਮਾਂ ਵਿੱਚੋਂ ਇੱਕ ਕੰਮ ਸੀ। ਇੱਦਾਂ ਦੇ ਗੁਰਦੇਵ ਜੀ ਨੇ ਅਨੇਕਾਂ ਸਮਾਜ ਸੁਧਾਰ ਕੰਮ ਕੀਤੇ ਸੀ। ਤੋ ਖੈਰ, ਅੱਜ ਆਪਾਂ ਗੱਲ ਕਰ ਰਹੇ ਹਾਂ ਗੁਰੂ ਹਰਿ ਪਾਤਸ਼ਾਹ ਜੀ ਜਦੋਂ ਰਾਮ ਰਾਏ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਦੇ ਨੇ। ਕੁਦਰਤੀ ਗੱਲ ਹੈ, ਜਿਹਨੂੰ ਭੇਜਿਆ ਹੈ ਇਹ ਵਿਸ਼ਵਾਸ ਦੇ ਅੰਦਰ ਜ਼ਰੂਰ ਹੈ ਵੀ ਰਾਮ ਰਾਏ ਵਿਦਵਾਨ ਹੈ, ਇਹ ਸੂਝਵਾਨ ਹੈ, ਸਿਆਣਾ ਹੈ, ਤੇ ਉੱਥੇ ਸਵਾਲਾਂ ਦੇ ਜਵਾਬ ਦੇਵੇਗਾ। ਜੋ ਉੱਥੇ ਗੱਲਬਾਤ ਹੋਏਗੀ, ਜਦੋਂ ਅਕਬਰ ਦੇ, ਹੁਣ ਕੁਦਰਤੀ ਗੱਲ ਹੈ, ਜੇ ਅਕਬਰ ਦੇ ਦਰਬਾਰ ਵਿੱਚ ਇੰਨੇ ਸਿਆਣੇ ਨੇ, ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਵੀ ਇੱਦਾਂ ਦੇ ਸਿਆਣੇ ਲੋਕ, ਕਾਜੀ, ਮੁਲਾਣੇ, ਪੰਡਤ ਸਭ ਬੈਠੇ ਹੋਣਗੇ ਉੱਥੇ। ਜਦੋਂ ਉਹਨਾਂ ਨੇ ਸਵਾਲ ਜਵਾਬ ਕੀਤੇ, ਰਾਮ ਰਾਏ ਨੇ ਸਾਰਿਆਂ ਦੇ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ। ਮੱਥਾ ਤੇ ਠਣਕ ਰਿਹਾ ਸੀ ਨਾ। ਇਹ ਲੜਾਈਆਂ ਛੋਟੀਆਂ ਨਹੀਂ ਸੀ, ਇਹ ਲੜਾਈਆਂ ਸਟੇਟ ਦੀਆਂ ਸਨ। ਇਹ ਲੜਾਈਆਂ ਇੱਕ ਵਿਚਾਰਧਾਰਾ ਦੀਆਂ ਸੀ। ਬਸ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਕੋਈ ਮਾਮੂਲੀ ਗੱਲ ਨਹੀਂ ਸੀ। ਅਸੀਂ ਤਾਂ ਗੁਰੂ ਸਾਹਿਬ ਦੀਆਂ ਇਹਨਾਂ ਲੜਾਈਆਂ ਨੂੰ ਲਿਆ ਕੇ ਇੱਕ ਪਰਿਵਾਰਾਂ ਦੇ ਉੱਤੇ ਖੜਾ ਕਰ ਦਿੱਤਾ, ਸਾਹਿਬਜ਼ਾਦਿਆਂ ਤੇ ਖੜਾ ਕਰ ਦਿੱਤਾ। ਜਦੋਂ ਰਾਮ ਰਾਏ ਉੱਥੇ ਜਾਂਦਾ ਹੈ, ਜਦੋਂ ਵਿਚਾਰ ਗੋਸ਼ਟੀਆਂ ਹੁੰਦੀਆਂ ਨੇ, ਉੱਥੇ ਵਿਚਾਰਾਂ ਹੁੰਦੀਆਂ ਨੇ, ਔਰੰਗਜ਼ੇਬ ਪ੍ਰਭਾਵਿਤ ਹੈ ਵੀ ਐਡਾ ਸਿਆਣਾ ਬੰਦਾ, ਇੰਨਾ ਵਿਚਾਰਵਾਨ ਬੰਦਾ, ਜੇ ਕਿਤੇ ਤੇ ਲਿਆ ਕੇ ਸਾਖੀ ਕੀ ਜੋੜ ਦਿੱਤੀ ਕਿ ਰਾਮ ਰਾਏ ਨੇ ਉੱਥੇ ਤੁਕ ਬਦਲ ਦਿੱਤੀ ਸੀ। ਜਦੋਂ ਰਾਮ ਰਾਏ ਨੇ ਤੁਕ ਪੜ੍ਹੀ ਵੀ ਮਿੱਟੀ ਮੁਸਲਮਾਨ, ਉਹਨਾਂ ਕਿਹਾ ਜੀ ਨਹੀਂ ਤੇ ਮਿੱਟੀ ਮੁਸਲਮਾਨ ਕੀ ਹੈ, ਉਹਨੇ ਕਿਹਾ ਨਹੀਂ ਜੀ ਮਿੱਟੀ ਬੇਈਮਾਨ ਕੀ ਹੈ। ਵਾਹ ਵਾਹ ਸਾਖੀਕਾਰੋ। ਇਹਦਾ ਮਤਲਬ ਉੱਥੇ ਕਾਜੀ ਮਲਾਣੇ ਇੰਨੇ ਪਾਗਲ ਬੈਠੇ ਸੀ, ਜਿਹੜੇ ਸ਼ਿਕਾਇਤ ਲਾਉਣ ਲਈ ਆ ਗਏ। ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਾਕੀ ਪੋਥੀਆਂ, ਉਹਨਾਂ ਕੋਲ ਬਾਣੀ ਦੀਆਂ ਪੋਥੀਆਂ ਨਹੀਂ ਹੋਣਗੀਆਂ। ਉਹ ਕਹਿੰਦੇ ਨਾ ਹੋਣਗੇ, ਜਦੋਂ ਉਹਨੇ ਕਿਹਾ ਮਿੱਟੀ ਬੇਈਮਾਨ ਕੀ, ਉਹਨਾਂ ਲਿਆ ਕੇ ਪੋਥੀ ਨਾ ਅੱਗੇ ਰੱਖੀ ਹੋਏਗੀ ਜੀ, ਵੇਖੋ ਜੀ ਇਹ ਕਹਿੰਦਾ ਝੂਠ ਹੈ ਜੀ, ਆਹ ਵੇਖੋ ਇੱਥੇ ਤੇ ਮਿੱਟੀ ਮੁਸਲਮਾਨ ਕੀ ਲਿਖਿਆ। ਜਦੋਂ ਅਗਲੇ ਤੁਹਾਨੂੰ ਫਸਾਉਣ ਤੇ ਹੀ ਆ ਗਏ, ਤੁਹਾਨੂੰ ਜਲੀਲ ਕਰਨ ਤੇ ਹੀ ਆ ਗਏ, ਮੰਨ ਲਓ ਵੀ ਰਾਮ ਰਾਏ ਕਹਿੰਦਾ ਮਿੱਟੀ ਬੇਈਮਾਨ ਕੀ ਹੈ, ਤੇ ਜਿਹੜੇ ਕਾਜੀ ਮਲਾਣੇ ਸ਼ਿਕਾਇਤ ਲਾ ਰਹੇ ਆ, ਜਿਹਨਾਂ ਦੱਸਿਆ ਹੋਏਗਾ, ਉਹ ਇੱਦਾਂ ਸਾਹਮਣੇ ਨਾ ਕਰਦੇ ਹੋਣਗੇ ਪੋਥੀ, ਵੇਖੋ ਜੀ ਬਾਦਸ਼ਾਹ ਸਲਾਮਤ ਆ, ਵੇਖੋ ਇੱਥੇ ਤੇ ਮਿੱਟੀ ਮੁਸਲਮਾਨ ਕੀ ਲਿਖਿਆ, ਇਹ ਝੂਠ ਬੋਲ ਰਿਹਾ। ਨਾਲੇ ਇੱਕ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹਦੇ ਨਾਲੋਂ ਤਾਂ ਅੱਗੇ ਤੁਕਾਂ ਵੇਖੋ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਗੁਰਬਾਣੀ ਤੇ ਉਹ ਵੀ ਤੁਕਾਂ ਹੈਗੀਆਂ ਨੇ, ਜੇ ਸੁਨਤ ਕੀਤੀਆਂ ਮੁਸਲਮਾਨ ਬਣਦਾ ਤੇ ਔਰਤ ਦਾ ਕੀ ਕਰੋਗੇ, ਉਹ ਵੀ ਤੁਕਾਂ ਬਾਣੀ 'ਚ ਹੈਗੀਆਂ ਸੀ। दक्षिण देश हरी का बासा, पश्चिम अल्लाह मकामा, दिल में खोज दिले दिल खोज वही ठौर मकामा। अल्लाह एक मसीत बस्त है, किड्डी वड्डी अकीदे ते सट मारी है भी जे तुसी एक अल्लाह नूं एक मसीत च मंनदे, अवर मुल्क किस केरा, हिंदू मूर्त नाम निवासी, दो में तत ना हेरा, तुहाडे दोवां को असलीयत है नहीं। किड्डी वड्डी गल है, इत्ते इतराज नहीं आया, मिट्टी मुसलमान की ते इतराज आ गया। झूठ दे पैर थोड़ा हुंदे ने। हुण दुख इस गल दा, ये साखी ਗੱਲ ਕੀ ਸੀ ਕਿ ਰਾਮ ਰਾਏ ਸਿਆਣਾ ਸੂਝਵਾਨ ਸੀ, ਕਿਉਂਕਿ ਗੁਰੂ ਸਾਹਿਬ ਜਿਸ ਨੂੰ ਭੇਜ ਰਹੇ ਆ, ਪੂਰਨ ਤੌਰ 'ਤੇ ਵਿਸ਼ਵਾਸ ਕਰਕੇ ਭੇਜ ਰਹੇ ਵੀ ਇਹ ਉੱਥੇ ਡੋਲੇਗਾ ਨਹੀਂ। ਇਹਦਾ ਸਬੂਤ ਹੈ, ਕਿਉਂਕਿ ਰਾਮ ਰਾਏ ਨੂੰ, ਕਿਉਂਕਿ ਇਹ ਜਿਹੜਾ ਪ੍ਰਚਾਰ ਸਰਕਾਰੀ ਤੰਤਰ ਵੱਲੋਂ ਕੀਤਾ ਗਿਆ ਰਾਮ ਰਾਏ ਦੇ ਵਿਰੁੱਧ, ਵੀ ਉਹਨੂੰ ਤੁਕ ਬਦਲ ਦਿੱਤੀ ਸੀ, ਗੁਰੂ ਸਾਹਿਬ ਨੇ ਕਿਹਾ ਮੈਨੂੰ ਇਹਨੂੰ ਮੂੰਹ ਨਾ ਲਾਈ, ਕਿਉਂਕਿ ਕੁਦਰਤੀ ਗੱਲ ਹੈ, ਇਤਿਹਾਸ ਕਾਜੀ ਮੁਲਾਣੇ ਬ੍ਰਾਹਮਣ, ਜਦੋਂ ਆਪਾਂ ਵੇਖਦੇ ਹਾਂ ਇਤਿਹਾਸ ਤਿੰਨਾਂ ਲਿਖਿਆ, ਬ੍ਰਾਹਮਣ ਲਿਖਿਆ, ਕਾਜੀ ਲਿਖਿਆ, ਮੁਸਲਮਾਨ ਅੰਗਰੇਜ਼ ਲਿਖੇ ਹੈ। ਅਗਲੇ ਇਤਿਹਾਸ ਲਿਖਣ ਲੱਗੇ ਆਪਣੇ ਆਪ ਨੂੰ ਬਰੀ ਨਹੀਂ ਕਰਨਗੇ ਵਿੱਚੋਂ, ਉਹ ਇਤਿਹਾਸ ਲਿਖੋ ਜਿਹਦੇ ਨਾਲ ਅਸੀਂ ਗਲਤ ਸਾਬਤ ਨਾ ਹੋਈਏ, ਇਹ ਸਾਬਤ ਕਰੀਏ ਵੀ ਗੁਰੂ ਦੇ ਪੁੱਤਰ ਹੀ ਗਲਤ ਸੀ। ਅਗਲੇ ਇੱਦਾਂ ਹੀ ਕੀਤਾ। ਗੁਰੂ ਸਾਹਿਬ ਦੀ ਤਤੀ ਤਵੀ 'ਤੇ ਬੈਠਣਾ ਲਿਆ ਕੇ ਪ੍ਰਿਥੀ ਚੰਦ ਦੇ ਬਰਾਬਰ ਖੜਾ ਕਰਤਾ, ਵੀ ਪ੍ਰਿਥੀ ਚੰਦ ਕਰਕੇ ਤਤੀ ਤਵੀ 'ਤੇ ਬਹਿਣਗੇ ਭਲਾ। ਲੜਾਈ ਹੋ ਸਕਦੀ ਹੈ, ਠੀਕ ਹੈ, ਪਰ ਲੜਾਈ ਇੱਕ ਸਿਸਟਮ ਨਾਲ ਹੈ। ਉਸ ਵਕਤ ਦੀ ਜ਼ਾਲਮ ਸਰਕਾਰ ਨਾਲ ਹੈ ਲੜਾਈ, ਉਸ ਵਕਤ ਦੇ ਅਖੌਤੀ ਕੱਟੜ ਕਾਜੀ ਮੁਲਾਣੇ ਬਿੱਪਰ ਉਹਨਾਂ ਨਾਲ ਹੈ। ਇੱਥੇ ਇਹ ਸ਼ਬਦ ਉਚਾਰਨ ਕੀਤੇ ਜਾ ਰਹੇ ਆ, ਗਲ ਮੈਂ ਪਾਹਣ ਲੈ ਲਟਕਾਵੇ, ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ, ਭਰਮੇ ਪੂਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਰਤਾ, ਉਹਨਾਂ ਨਾਲ ਹੈ। ਜਦੋਂ ਬਾਣੀ ਦੀ ਸੰਪਾਦਨਾ ਕਰਾ ਰਿਹਾ, ਪਾਖਾਨਗੜ੍ਹ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ, ਜਿਨ੍ਹਾਂ ਦਾ ਪੱਥਰੀ ਰੋਜੀ ਰੋਟੀ ਹੋਵੇ, ਅਗਲਿਆਂ ਨੂੰ ਪੈਰਾਂ ਥੱਲੇ ਜ਼ਮੀਨ ਨਹੀਂ ਨਿਕਲ ਗਈ, ਏਡਾ ਵੱਡਾ ਲਿਆ ਕੇ ਖੜਾ ਕਰਤਾ। ਰਾਮ ਰਾਏ ਦਾ ਸੰਬੰਧ ਗੁਰੂ ਸਾਹਿਬ ਦੇ ਘਰ ਨਾਲ ਹਮੇਸ਼ਾ ਰਿਹਾ ਹੈ। ਕੀਰਤਪੁਰ ਸਾਹਿਬ ਆਏ ਨੇ ਬਾਅਦ ਵਿੱਚ ਰਾਮ ਰਾਏ, ਗੁਰੂ 9ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਰਾਮ ਰਾਏ ਮਿਲਦਾ ਹੈ। ਉਹਦੀ ਪਤਨੀ ਪੰਜਾਬ ਕੌਰ ਰਾਮ ਰਾਏ ਦੀ ਪਤਨੀ ਗੁਰੂ ਸਾਹਿਬ ਨੂੰ ਮਿਲਦੀ ਰਹੀ ਹੈ।
ਸੰਬੰਧ ਰਿਹਾ। ਤੇ ਜੇ ਉਹ ਗੁਨਾਹਕਾਰ ਹੁੰਦਾ ਤੇ ਪਾਤਸ਼ਾਹ ਕਦੀ ਮੱਥੇ ਲਾਉਂਦੇ ਉਹਨੂੰ? ਵੀ ਜੇ ਸਾਡਾ ਵੱਡਾ ਵਡੇਰਾ ਕਹਿ ਕੇ ਇਹਨੂੰ ਮੂੰਹ ਨਾ ਲਾਇਓ, ਇਹਨੇ ਤੁਕ ਬਦਲੀ ਹੈ, ਤੇ ਗੁਰੂ ਸਾਹਿਬ ਨੂੰ ਕਿਉਂ ਮਿਲਦੇ ਭਲਾ? ਇਹ ਸਰਕਾਰੀ ਤੰਤਰ ਵੱਲੋਂ ਪ੍ਰਚਾਰ ਕੀਤਾ ਗਿਆ ਸੀ। ਪਰ ਦੁੱਖ ਇਸ ਗੱਲ ਦਾ, ਅੱਜ ਉਹ ਪ੍ਰਚਾਰਕ, ਉਹ ਢਾਡੀ, ਉਹ ਕਵੀਸ਼ਰ, ਉਹ ਪ੍ਰਚਾਰਕ ਅੱਜ ਸੁਣਾ ਰਹੇ ਨੇ ਗੱਲਾਂ ਜਿਹੜੇ ਕਹਿੰਦੇ ਇਤਿਹਾਸ ਤੇ ਗਲਤ ਹੈ ਜੀ ਸਾਰਾ। ਅੱਛਾ, ਜਿਹੜੀ ਗੱਲ ਆਪਣੇ ਆਪ ਨੂੰ ਸਹੀ ਕਰ ਲਈ ਉਹ ਇਤਿਹਾਸ ਚੋਂ ਕੱਢ ਲੈਂਦੇ ਆ। ਉੱਦਾਂ ਕਹਿੰਦੇ ਇਤਿਹਾਸ ਗਲਤ ਹੈ। ਆਪਣੀ ਗਲਤੀ ਨੂੰ ਛੁਪਾਉਣ ਵਾਸਤੇ ਚਮਕੌਰ ਸਾਹਿਬ ਦੀ ਗੜੀ ਵੀ ਸਹੀ ਹੈ, ਉੱਚ ਦਾ ਪੀਰ ਵੀ ਸਹੀ ਹੈ, ਅਨੰਦਪੁਰ ਸਾਹਿਬ ਛੱਡਣਾ ਵੀ ਸਹੀ ਹੈ। ਆਪਣੀ ਗਲਤੀ ਛੁਪਾਉਣ ਵਾਸਤੇ ਗੁਰੂ ਸਾਹਿਬ ਦਾ ਇਤਿਹਾਸ ਦੀ ਮਦਦ ਲੈ ਲੈਣੀ ਹੈ। ਆਪਣੀ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ ਚਮਕੌਰ ਸਾਹਿਬ ਦੀ ਗੜੀ, ਅਨੰਦਪੁਰ ਸਾਹਿਬ ਫੇਰ ਸਹੀ ਹੈ। ਅੱਗੋਂ ਪਿੱਛੋਂ ਇਤਿਹਾਸ ਤੇ ਗੈਰਾਂ ਲਿਖਿਆ ਜੀ, ਅਸੀਂ ਇਸ ਇਤਿਹਾਸ ਨੂੰ ਕਿਉਂ ਮੰਨੀਏ ਜੀ? ਕਿਸ ਨੇ ਹੱਕ ਦਿੱਤਾ ਵੀ ਤੁਸੀਂ ਇੱਕ ਬੰਨੇ ਤੁਸੀਂ ਉਹਨਾਂ ਗ੍ਰੰਥਾਂ ਨੂੰ ਇੱਕ ਮੁੱਢਿਓਂ ਰੱਦ ਕਰੋ? ਉਹਨਾਂ ਗ੍ਰੰਥਾਂ 'ਚ ਰਾਮ ਰਾਏ ਨੂੰ ਗਲਤ ਲਿਖਿਆ, ਅਸੀਂ ਤਾਂ ਨਹੀਂ ਮੰਨਦੇ ਰਾਮ ਰਾਏ ਨੂੰ ਗਲਤ, ਤੁਸੀਂ ਮੰਨੀ ਜਾਓ, ਕਿਉਂਕਿ ਤੁਸੀਂ ਉਹਨਾਂ ਗ੍ਰੰਥਾਂ ਨੂੰ ਇੱਕ ਬੰਨੇ ਗਲਤ ਕਹਿੰਦੇ, ਦੂਜੇ ਬੰਨੇ ਉਹਨਾਂ ਗ੍ਰੰਥਾਂ 'ਚੋਂ ਹਵਾਲੇ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ। ਦੱਸਿਓ, ਉਹਨਾਂ ਗ੍ਰੰਥਾਂ 'ਚ ਸਾਖੀਆਂ ਲਿਖੀਆਂ ਨਹੀਂ? ਉਹਨਾਂ ਗ੍ਰੰਥਾਂ 'ਚ ਸਾਖੀਆਂ ਲਿਖੀਆਂ ਨੇ। ਐਂ ਕਿੱਲ ਕੇ ਸੁਣਾਉਂਦੇ ਆ ਗੁਰੂ ਸਾਹਿਬ ਦੇ ਕੋਲੋਂ ਵੀ ਗਲਤੀਆਂ ਹੋਈਆਂ ਨੇ, ਗੁਰੂ ਸਾਹਿਬ ਦਾ ਇਹ ਫੈਸਲਾ ਗਲਤ ਸੀ, ਜਿन्होंने ਆਪਣੇ ਨਹੀਂ, ਫੈਸਲਾ ਗਲਤ ਸੀ, ਅਸੀਂ ਨਹੀਂ ਮੰਨਦੇ ਸਾਡੇ ਗੁਰੂ ਕੋਲੋਂ ਕੋਈ ਗਲਤੀ ਹੋਈ ਹੈ। ਇਹ ਸਰਕਾਰੀ ਤੰਤਰ ਵੱਲੋਂ ਪ੍ਰਚਾਰ ਕੀਤਾ ਗਿਆ ਸੀ। ਇਹ ਗੱਲ ਸੱਚੀ ਹੈ, ਗੁਰੂ ਸਾਹਿਬ ਦਾ ਫੈਸਲਾ ਗਲਤ ਨਹੀਂ ਸੀ। ਇਹ ਸਰਕਾਰੀ ਤੰਤਰ ਨੇ ਪ੍ਰਚਾਰ ਕੀਤਾ ਹੈ ਕਿ ਰਾਮ ਰਾਏ ਨੇ ਤੁਕ ਬਦਲੀ ਹੈ। ਉਹ ਪ੍ਰਚਾਰਿਆ ਗਿਆ ਉਹਨਾਂ ਵੱਲੋਂ, ਅਗਲਿਆਂ ਨੇ ਲਿਖ ਕੇ ਸਾਡੇ ਮੱਥੇ ਮੜ ਦਿੱਤੀਆਂ। ਪੱਟ ਵਹੀਆਂ ਗੁਰੂ ਕੀਆਂ ਸਾਖੀਆਂ, ਉਹਨਾਂ ਨੂੰ ਪੜ੍ਹ ਕੇ ਵੇਖੋ। ਕੀਰਤਪੁਰ ਗੁਰੂ ਘਰ ਦੇ ਨਾਲ ਸਦਾ ਸੰਬੰਧ ਰਿਹਾ, ਤੇ ਜਦੋਂ ਦੇਹਰਾਦੂਨ ਕੀਰਤਪੁਰ ਤੋਂ ਦੁਬਾਰਾ ਪ੍ਰਚਾਰ ਕਰਨ ਜਾਂਦੇ ਨੇ ਰਾਮ ਰਾਏ, ਦੇਹਰਾਦੂਨ ਦੇ ਇਲਾਕੇ ਵਿੱਚ ਪ੍ਰਚਾਰ ਕਰਨ ਜਾਂਦੇ ਨੇ। ਤਾਂ ਖੈਰ, ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਇਸ ਸਲੋਕ ਦੇ ਨਾਲ ਇਹ ਸਾਖੀ ਜੋੜ ਦਿੱਤੀ ਕਿ ਵੀ ਮਿੱਟੀ ਬੇਈਮਾਨ ਕੀ ਕਹਿਤਾ ਰਾਮ ਰਾਏ ਨੇ, ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਇਹਨੂੰ ਮੱਥੇ ਨਾ ਲਾਇਓ ਮੇਰੇ। ਜਿਹੜੀ ਸਿੱਖ ਰਹਿਤ ਮਰਿਆਦਾ 'ਚ ਵੀ ਲਿਖਿਆ ਨਾ, ਰਾਮ ਰਾਈਆਂ ਨਾਲ ਨਹੀਂ ਵਰਤਣਾ, ਇਸ ਤਰਜ਼ 'ਤੇ ਸੀ ਕਿ ਰਾਮ ਰਾਇਆਂ ਦੀ ਤਰ੍ਹਾਂ, ਕਿਉਂਕਿ ਰਾਮ ਰਾਏ ਨੂੰ ਬਦਨਾਮ ਕੀਤਾ ਗਿਆ ਸੀ ਸਰਕਾਰੀ ਤੰਤਰ ਵੱਲੋਂ। ਰਾਮ ਰਾਏ ਦੀ ਤਰ੍ਹਾਂ, ਜਿਹੜੇ ਜਿਵੇਂ ਰਾਮ ਰਾਏ ਨੂੰ ਬਦਨਾਮ ਕਰ ਦਿੱਤਾ ਕਿ ਰਾਮ ਰਾਇਆ ਜਿਹੜਾ ਸੀ ਉਹਨੇ ਤੁਕ ਬਦਲੀ ਸੀ, ਯਾਨੀ ਕਿ ਜਿਹੜਾ ਵੀ ਕੱਲ੍ਹ ਨੂੰ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰੇਗਾ, ਯਾਨੀ ਕਿ ਜਿਹੜਾ ਗੁਰੂ ਸਾਹਿਬ ਦੇ ਸਿਧਾਂਤ ਦੇ ਉਲਟ ਚੱਲੇਗਾ, ਸਿੱਖ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਪਰ ਆਹ ਦੋਗਲੀ ਨੀਤੀ ਹੈ। ਇੱਕ ਬੰਨੇ ਉਹਨਾਂ ਗ੍ਰੰਥਾਂ ਨੂੰ ਗਲਤ ਕਹਿਣਾ, ਇਹ ਗ੍ਰੰਥ ਗਲਤ ਹੈ ਜੀ, ਕਮੀਆਂ ਦੇ। ਦੂਜੇ ਬੰਨੇ ਉਸੇ ਗ੍ਰੰਥਾਂ ਵਿੱਚੋਂ ਸਾਖੀਆਂ ਲੈ ਕੇ ਉਹ ਸੁਣਾ ਦੇਣੀਆਂ ਜਿਹੜੀਆਂ ਆਪਣੇ ਆਪ ਨੂੰ ਸਹੀ ਸਿੱਧ ਕਰਦੀਆਂ ਹੋਣ। ਕੋਈ ਵੀ ਸਾਖੀ ਹੋਵੇ, ਸੁਣਾਈਆਂ ਰਾਮ ਰਾਏ ਨੇ ਤੁਕ ਬਦਲਤੀ, ਗੁਰੂ ਸਾਹਿਬ ਨੇ ਕਹਿੰਦੇ ਮੱਥੇ ਨਾ ਲਾਇਓ, ਪਰਾਂ ਲੈ ਜਾਓ। ਗੁਰੂ ਸਾਹਿਬ ਦੇ ਕੋਲੋਂ ਫੈਸਲੇ ਗਲਤ ਹੋਏ, ਨਹੀਂ ਹੋਏ ਫੈਸਲੇ, ਸਾਡਾ ਮੰਨਣਾ ਹੈ। ਜਿੱਦਾਂ ਉਹ ਆਉਂਦੇ ਨਾ ਸਾਡਾ ਮੰਨਣਾ ਇੱਦਾਂ ਸਾਡਾ ਮੰਨਣਾ ਗੁਰੂ ਸਾਹਿਬ ਕੋਲੋਂ ਗਲਤੀ ਨਹੀਂ ਹੋਈ। ਗੁਰੂ ਸਾਹਿਬ ਨੇ ਗਲਤੀ ਨਹੀਂ ਕੀਤੀ। ਗੁਰੂ ਸਾਹਿਬ ਜਦੋਂ ਭੇਜ ਰਹੇ ਆ ਪੂਰੀ ਸਿਆਣਪ ਨਾਲ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠੇ ਨੂੰ ਭੇਜਣ ਵਕਤ ਜੋ ਸਿਆਣਪ ਵਰਤੀ ਹੈ, ਇੱਥੇ ਵੀ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਰਾਮ ਰਾਏ ਨੂੰ ਭੇਜਣ ਵੇਲੇ ਸੇਮ ਸਿਆਣਪ ਉਹੀ ਵਰਤੀ। ਅਗਲੇ ਤਾਂ ਕੰਬ ਗਏ ਨੇ ਵੀ ਜੇ ਇੱਦਾਂ ਦੇ ਸੂਝਵਾਨ ਬੰਦੇ, ਇੱਦਾਂ ਦੇ ਸੂਝਵਾਨ ਵਿਅਕਤੀ ਗੁਰੂ ਸਾਹਿਬ ਦੇ ਇਰਦ ਗਿਰਦ ਨੇ, ਅਸੀਂ ਇਹਨਾਂ ਦਾ ਮੁਕਾਬਲਾ ਕਿੱਥੋਂ ਕਰ ਲਵਾਂਗੇ? ਸਰਕਾਰੀ ਤੰਤਰ ਇਹੋ ਜਿਹਾ ਪ੍ਰਚਾਰ ਕਰਦੇ ਹੋਇਆ ਲੰਬਾ ਟਾਈਮ। ਤੁਸੀਂ ਵੇਖੋ, ਇੱਦਾਂ ਬਦਾਵੇ ਨਾਲ ਵੀ ਤਾਂ ਇੱਦਾਂ ਹੋਇਆ, ਬਦਾਵੇ ਵਾਲੀ ਸਾਖ ਵੀ ਤਾਂ ਇੱਦਾਂ ਪ੍ਰਚਾਰੀ ਗਈ ਹੈ। ਇੱਕ ਬੰਨੇ ਗੁਰੂ ਦੇ ਸਿੱਖ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ, ਆਪਣੇ ਬੱਚਿਆਂ ਦੇ ਦਿਲ ਕਢਵਾ ਕੇ ਮੂੰਹ 'ਚ ਪਵਾ ਰਹੇ ਹੋਣ, ਆਪਣੇ ਨਿੱਕੇ ਨਿੱਕੇ ਬੱਚਿਆਂ ਦੇ ਟੁਕੜੇ ਕਰਵਾ ਕੇ ਮਾਵਾਂ ਗਲਾਂ 'ਚ ਹਾਰ ਪਵਾ ਲਈਆਂ ਹੋਣ। ਦੂਜੇ ਬੰਨੇ ਸਿੱਖ ਇੱਕ ਰੋਟੀ ਬਦਲੇ ਗੁਰੂ ਨੂੰ ਲਿਖ ਕੇ ਦੇ ਆਏਗਾ, ਤੇਰਾ ਮੇਰੇ ਨਾਲ ਸੰਬੰਧ ਕੋਈ ਨਹੀਂ। ਇਹ ਪ੍ਰਚਾਰ, ਇਹ ਲਿਖਤਾਂ ਉਹਨਾਂ ਵੱਲੋਂ ਪ੍ਰਚਾਰੀਆਂ ਜਾਂਦੀਆਂ ਨੇ। ਇਹਦੇ ਨਾਲ ਤੁਹਾਡੇ ਗੁਰੂ ਦੇ ਪਿਆਰ ਦੇ ਉੱਤੇ ਕਿਤੇ ਨਾ ਕਿਤੇ ਸ਼ੱਕ ਪੈਦਾ ਹੋਵੇ, ਤਾਂ ਕਿ ਆਉਣ ਵਾਲਾ ਬੰਦਾ ਕਹਿ ਸਕੇ ਗੁਰੂ ਦੇ ਕੋਲ ਵੀ ਤਾਂ ਸਿੱਖ ਇੱਦਾਂ ਦੇ ਰਹੇ ਸੀ। ਠੀਕ ਹੈ, ਬਦਾਵਾ ਦਿੱਤਾ ਹੈ, ਕੁਝ ਘੜਮ ਚੌਧਰੀਆਂ ਵੱਲੋਂ ਦਿੱਤਾ ਗਿਆ ਸੀ, ਸਿੱਖਾਂ ਵੱਲੋਂ ਨਹੀਂ। ਸਿੱਖ ਤਾਂ ਜਾਨਾਂ ਲੂਣ ਕੇ ਲੜੇ ਸੀ। तो खैर, सिर्फ मैं इन्नी बेनती करनी चाहना, मिट्टी मुसलमान की पेड़े पई घुमियार आ जी साखी राम राय की जोड़ी, कला राम राय नहीं, उसी गुरु नानक साहब तो लैके भावें श्री चंद है, लक्ष्मी दास है, दातू दासू है, मोहन है, मोहरी है, ये कोई शक नहीं, ये कसूरवार है ने। कोई गुरु साहब की विचारधारा के नाल इन्हां दी विचारधारा मिलती नहीं सी, किते ना किते ये हक जताउंदे सी गद्दी दा।
ਪਰ ਇੰਨੇ ਗੁਨਾਹਗਾਰ ਨਹੀਂ ਸੀ ਹੈਗੇ ਵੀ ਇਹਨਾਂ ਦੀ ਬਦੌਲਤ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ ਹੋਵੇ। ਆ ਵੀ ਚੇਤਾ ਰੱਖਣਾ ਹੈ। ਗੁਨਾਹਗਾਰ ਸੀ, ਇਹ 'ਚ ਕੋਈ ਸ਼ੱਕ ਨਹੀਂ, ਨਹੀਂ ਸੀ ਮੇਲ ਖਾਂਦੀ ਵਿਚਾਰਧਾਰਾ। ਉਹ ਫਿਰ ਇੱਦਾਂ ਕਿੱਲ ਕੇ ਪੇਸ਼ ਕਰਦੇ, ਗੁਰੂ ਸਾਹਿਬ ਦੇ ਬੱਚੇ ਵੀ ਤੇ ਉਹ ਠੀਕ ਹੈ, ਉਹ ਵਿਚਾਰਧਾਰਾ ਕਰਕੇ ਸੀ। ਆਹ ਗੱਲ ਚੇਤਾ ਰੱਖਣਾ, ਵਿਚਾਰਧਾਰਾ। ਹੁਣ ਤੁਸੀਂ ਕਹਿੰਦੇ ਚੰਦੂ ਦੀ ਉਸ ਈਰਖਾ ਕਰਕੇ ਗੁਰੂ ਸਾਹਿਬ ਤੱਤੀ ਤਵੀ ਤੇ ਬੈਠੇ। ਸੋਚ ਕੇ ਵੇਖੋ ਤੁਸੀਂ, ਤੱਤੀ ਤਵੀ ਤੇ ਉਹਨਾਂ ਲੋਕਾਂ ਬਿਠਾਇਆ ਵੀ ਜਿਸ ਸੁਰਤ ਵਿੱਚੋਂ ਏਡੇ ਇਨਕਲਾਬੀ ਸ਼ਬਦਾਂ ਦਾ ਜਨਮ ਹੋ ਰਿਹਾ, ਉਹ ਸਿਰ ਹੀ ਨਾ ਰਹਿਣ ਦਿਓ, ਰੇਤ ਪਾ ਦਿਓ ਉਸ ਤੱਤੀ। ਜਿਸ ਬ੍ਰੇਨ ਚੋਂ ਏਡੇ ਉੱਚੇ ਖਿਆਲ ਅਗੰਮੀ ਬਾਣੀ ਨਿਕਲ ਰਹੀ ਹੈ, ਉੱਥੇ ਤੱਤੀ ਰੇਤ ਪਾਓ, ਉਸ ਜਿਸਮ ਨੂੰ ਤੱਤੀ ਤਵੀ ਤੇ ਭੁੰਨ ਦਿਓ। ਵਿਚਾਰਧਾਰਾ ਜੰਗ ਏਡੀ ਵੱਡੀ ਸੀ, ਲਿਆ ਕੇ ਪਰਿਵਾਰਾਂ ਤੇ ਖੜੀ ਕਰ ਦਿੱਤੀ। ਕਿੱਲ ਕੇ ਅਸੀਂ ਗੁਰੂ ਦੇ ਪਰਿਵਾਰਾਂ ਤੱਕ ਹੀ ਲਿਆ ਕੇ ਸੀਮਿਤ ਕਰਕੇ ਰੱਖ ਦਿੱਤਾ। ਮੈਂ ਇਹ ਨਹੀਂ ਕਹਿੰਦਾ ਵੀ ਉਹ ਸਹੀ ਸੀ, ਠੀਕ ਹੈ, ਉਹਨਾਂ ਵਿੱਚ ਕਮੀਆਂ ਸੀ, ਵਿਚਾਰਧਾਰਕ ਤੌਰ ਤੇ ਟਕਰਾਅ ਹੈਗਾ ਸੀ, ਸਮਾਂ ਪਾ ਕੇ ਕਈ ਵਾਪਸ ਵੀ ਆਏ। ਪਰ ਆਪਣੇ ਆਪ ਨੂੰ ਇੱਦਾਂ ਨਹੀਂ, ਤੁਸੀਂ ਅੱਜ ਵੀ ਤੁਸੀਂ ਅਜੋਕੇ ਸਮੇਂ ਦੇ ਵਿੱਚ ਵੇਖੋ, ਦੂਜੀਆਂ ਕੌਮਾਂ ਵਿੱਚ ਵੀ ਗਲਤੀਆਂ ਹੁੰਦੀਆਂ ਨੇ, ਦੂਜੀਆਂ ਕੌਮਾਂ ਵਿੱਚ ਵੀ ਗੁਨਾਹ ਹੈ, ਪਰ ਅਸੀਂ ਆਪਣੇ ਦਸਤਾਰਧਾਰੀ ਸਿੱਖ ਨੂੰ ਜ਼ਿਆਦਾ ਉਛਾਲਦੇ ਹਾਂ। ਗਲਤੀਆਂ ਤਾਂ ਸਾਰੇ ਕਰਦੇ ਨੇ। ਇਮਾਨਦਾਰੀ ਜਦੋਂ ਆਪਾਂ ਗੱਲ ਕਰਾਂਗੇ ਵੀ ਬੇਈਮਾਨ ਕਰਪਟ ਕੇਵਲ ਸਿੱਖਾਂ 'ਚ ਹੀ ਨੇ, ਇਮਾਨਦਾਰੀ ਨਾਲ ਜਵਾਬ ਦਿਓ। ਤੁਸੀਂ ਬਾਹਰਲੀਆਂ ਕੰਟਰੀਆਂ ਵਿੱਚ ਗੋਰਿਆਂ 'ਚ ਨਹੀਂ ਹੈਗੇ? ਉਹਨਾਂ 'ਚ ਵੀ ਹੈਗੇ ਨੇ। ਐਵਰੇਜ ਥੋੜ੍ਹੀ ਘੱਟ ਵੱਧ ਹੋ ਸਕਦੀ ਹੈ, ਹੈਗੇ ਨੇ। ਸਾਡੇ ਕੋਈ ਦੋਸਤ ਦੱਸਦੇ ਨੇ, ਸਾਡੇ ਉੱਥੇ ਗੋਰੀ ਸਟੋਰ 'ਤੇ ਕੰਮ ਕਰਦੇ ਸੀ, ਇੰਨੇ $1000 ਸਾਡੇ ਨਾਲ ਬੇਈਮਾਨੀ ਕਰ ਗਈ, ਚੋਰੀਆਂ ਕਰਦੇ ਕਈ ਫੜੇ ਜਾਂਦੇ ਨੇ, ਨਹੀਂ ਫੜੇ ਜਾਂਦੇ, ਪਰ ਅਸੀਂ ਪੇਸ਼ ਕਰਨ ਲੱਗੇ ਇੱਦਾਂ ਕਰਦੇ ਹਾਂ ਜਿਵੇਂ ਦੁਨੀਆ ਦੇ ਸਭ ਤੋਂ ਗੁਨਾਹਗਾਰ ਸਿਰਫ ਸਿੱਖ ਹੀ ਰਹਿ ਗਏ, ਬਾਕੀ ਸਭ ਚੰਗੇ ਨੇ। ਨਹੀਂ, ਚੰਗੇ ਮਾੜੇ ਪੱਖ ਹਰ ਥਾਂ 'ਤੇ ਹੁੰਦੇ ਨੇ। ਮੈਂ ਵੀ ਨਹੀਂ ਕਹਿੰਦਾ ਬੇਈਮਾਨੀਆਂ ਇਮਾਨਦਾਰੀਆਂ ਹਰ ਥਾਂ 'ਤੇ ਚੱਲਦੀਆਂ ਨੇ, ਚੋਰ ਹੋਣਗੇ, ਪਰ ਤੁਸੀਂ ਚੰਗਿਆਂ ਨੂੰ ਕੱਢ ਤਾਂ ਨਹੀਂ ਸਕਦੇ। ਚੰਗੇ ਵੀ ਸਮਾਜ ਵਿੱਚ ਹੈਗੇ ਨੇ, ਚੰਗੇ ਵੀ ਹੈਗੇ ਨੇ। ਸਾਰੇ ਕਿਸਮ ਦੇ ਲੋਕ ਤੁਹਾਨੂੰ ਹਰ ਥਾਂ 'ਤੇ ਮਿਲ ਜਾਣੇ ਨੇ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ ਨਾ, ਇਹਦਾ ਸੰਬੰਧ ਸਮੇਂ ਸਥਾਨ ਨਾਲ ਥੋੜ੍ਹਾ, ਇਹਦਾ ਸੰਬੰਧ ਬੰਦੇ ਦੀ ਸੁਰਤ ਨਾਲ। ਜਦੋਂ ਗੁਰੂ ਸਾਹਿਬ ਨੇ ਕਲੀਅਰ ਕਹਿਤਾ ਵੀ 4 ਬਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਦੇ, ਤੇ ਗੁਰੂ ਸਾਹਿਬ ਨੇ ਇਹੋ ਕਿਹਾ ਵੀ 5 ਵਕਾਰ ਇਕੱਲੇ ਸਿੱਖਾਂ 'ਚ ਰਹਿਣੇ, ਬਾਕੀਆਂ 'ਤੇ ਕਿਸੇ 'ਚ ਹੋਣੇ ਹੀ ਨਹੀਂ ਹੈ। ਇੱਦਾਂ ਕਿਤੇ ਲਿਖਿਆ? ਕੋਈ ਤੁਕ ਲਿਖੀ ਤੇ ਵਿਖਾਇਓ ਮੈਨੂੰ ਕਿਤੇ। ਹੁੰਦਾ ਸੁੰਦਰ ਸੁਕਰ ਸਰੂਪ ਸਿਆਣੇ ਪੰਚੋਂ ਹੀ ਮੋਛਲੀ ਦੇ, ਇਹ ਤੋਂ ਕੋਈ ਨਹੀਂ ਬਚਣਾ। ਇਹ ਤੇ ਹਰ ਇੱਕ ਤੇ ਇਹ ਪੰਜੇ ਪ੍ਰਭਾਵ ਪਾਉਣਗੇ। ਹਾਂ, ਕੋਈ ਗੁਰੂ ਦੀ ਸਿੱਖਿਆ ਲੈ ਕੇ, ਕੋਈ ਸੂਰਮਾ, ਕੋਈ ਇਹਨਾਂ ਨੂੰ ਆਉਣ ਵਾਲੇ ਸਮੇਂ ਦਲ ਮਲ ਦੇਵੇ, ਕੋਈ ਸਾਂਝ ਪਾ ਲਵੇ, ਤੇ ਆਪਣੇ ਆਪ 'ਤੇ ਕੰਟਰੋਲ ਕਰ ਸਕਦਾ, ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਸਕਦਾ। ਪਾਤਸ਼ਾਹ ਜਿਹੜੀ ਗੱਲ ਸਾਨੂੰ ਸਮਝਾਉਂਦੇ ਨੇ ਬਾ ਕਮਾਲ ਹੈ। ਉਹ ਇਹੋ ਹੀ ਹੈ ਕਿ ਭਾਈ ਜਿਹੜੀ ਮਨੌਤ ਇੱਥੇ ਮੰਨੀ ਗਈ ਸੀ, ਇੱਥੇ ਜੋ ਮਰਜ਼ੀ ਕਰੀ ਜਾਓ, ਦਫਨਾਉਣ ਤੋਂ ਬਾਅਦ ਅੱਗੇ ਇੱਕ ਸਮਾਂ ਆਏਗਾ, ਤੁਹਾਡੇ ਕਰਮਾਂ ਮੁਤਾਬਕ ਤੁਹਾਨੂੰ ਬਿਸਤ ਅਤੇ ਦੋਜਕ ਮਿਲੇਗਾ। ਪਾਤਸ਼ਾਹ ਜੀ ਨੇ ਉਸ ਮਨੌਤ ਉੱਤੇ ਚੋਟ ਕੀਤੀ, ਕਹਿਣਗੇ ਜੇ ਤੁਸੀਂ ਸਿਰਫ ਇਸ ਕਰਕੇ ਨਹੀਂ ਮੁਰਦੇ ਨੂੰ ਸਾੜ ਰਹੇ ਕਿ ਇਹਨੂੰ ਅੱਗੇ ਬਿਸਤ ਮਿਲਣਾ ਹੈ, ਇਹ ਤੁਹਾਡਾ ਸਭ ਤੋਂ ਵੱਡਾ ਭੁਲੇਖਾ ਹੈ, ਸਭ ਤੋਂ ਵੱਡਾ। ਕਿਉਂਕਿ ਇੱਕ ਦੱਬੈਂ, ਇੱਕ ਦੱਜੈਂ, ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਏਮ ਨਾ ਜਾਪੀ ਕਿੱਥੇ ਜਾਏ ਸੁਮਾਏ। ਆਪਣੇ ਵੀ ਹੈ, ਸਰੀਰ ਨੂੰ ਜਿੱਦਾਂ ਮਰਜ਼ੀ ਤੁਸੀਂ ਲੇਖੇ ਲਾਓ, ਅਗਨ ਭੇਟ ਕਰ ਦਿਓ, ਜਿਹੜਾ ਵੀ ਤਰੀਕਾ, ਬੜੇ ਤਰੀਕੇ ਨੇ। ਕਈ ਡੋਨੇਟ ਕਰ ਦਿੰਦੇ ਨੇ ਹਸਪੀਟਲਾਂ ਨੂੰ ਆਪਣੀ ਡੈਡ ਬੋਡੀ। ਇੱਦਾਂ ਦੇ ਵਹਿਮ 'ਚ ਨਹੀਂ ਪੈਣਾ। ਸਾਡਾ ਇੱਕ ਵੀਰ ਐਸੀ ਇੱਕ ਸਮਾਗਮ 'ਤੇ ਗਿਆ, ਰਾਜਪੁਰੇ ਦੇ ਇਲਾਕੇ ਦੀ ਗੱਲ ਹੈ, 40-42 ਸਾਲ ਦੀ ਏਜ ਸੀ ਉਸ ਵੀਰ ਦੀ, 2 ਬੇਟੀਆਂ ਸਨ ਉਹਦੀਆਂ। ਮੈਨੂੰ ਜਦੋਂ ਮੈਂ ਸਮਾਗਮ 'ਤੇ ਗਿਆ, ਜਦੋਂ ਉਹ ਪਰਿਵਾਰ ਵਾਲੇ ਅਤੇ ਪਿੰਡ ਵਾਲੇ ਦੱਸ ਰਹੇ ਸਨ, ਅਤੇ ਸੱਚੀ ਗੱਲ ਮਾਣ ਹੋ ਰਿਹਾ ਸੀ ਵੀ ਇੱਦਾਂ ਦੇ ਸਮਾਜ ਸੁਧਾਰਕ ਲੋਕ ਵੀ ਸਮਾਜ ਵਿੱਚ ਹੈਗੇ ਨੇ। ਕਹਿੰਦੇ ਉਹ ਬਹੁਤ ਵਧੀਆ ਇਨਸਾਨ ਸੀ, ਚੰਗੇ ਕੰਮ ਕਰਦਾ ਸੀ ਇਲਾਕੇ ਵਾਸਤੇ। ਉਹਦੀ ਡੈਥ ਹੋਈ, ਉਹਦੇ ਜਦੋਂ ਸਰੀਰ ਦੀ ਸਾਰੀ ਰਾਖ ਇਕੱਠੀ ਕੀਤੀ ਅਤੇ ਪਿੰਡ ਦੀ ਸਾਂਝੀ ਜਗ੍ਹਾ 'ਤੇ ਉਸ ਰਾਖ ਨੂੰ ਨੱਪ ਕੇ ਉੱਥੇ ਇੱਕ ਫਲਦਾਰ ਪੌਦਾ ਲਾਤਾ। ਮੈਂ ਵੇਖ ਕੇ ਆਇਆ ਉੱਥੇ। ਕਹਿੰਦੇ ਜੀ ਹੁਣ ਜਦੋਂ ਬੱਚੇ ਬੱਚੀਆਂ, ਜਦੋਂ ਪਿੰਡ ਵਾਲੇ ਉਹ ਮਹਿਸੂਸ ਕਰਦੇ ਆ ਵੀ ਇਹ ਜਦੋਂ ਇਹਨੂੰ ਫਲ ਲੱਗਣਗੇ, ਇਹ ਛਾਂ ਕਰੇਗਾ, ਬੱਚੇ ਮਹਿਸੂਸ ਕਰਨਗੇ ਵੀ ਸਾਡਾ ਵੱਡਾ, ਸਾਡਾ ਪਿਤਾ, ਜਿਹਦੀ ਗੋਦ ਵਿੱਚ ਕਦੀ ਪਲੇ ਸੀ, ਅਸੀਂ ਇਸ ਦਰਖਤ ਦੀ ਛਾਂ ਵਿੱਚੋਂ ਉਸ ਨੂੰ ਮਾਣਾਂਗੇ। ਅਸੀਂ ਸਮਾਜ ਨੂੰ ਇੱਕ ਮੈਸੇਜ ਦੇਣ ਦਾ ਤਰੀਕਾ ਸੀ ਨਾ। ਲੋਕ ਆਮ ਡਰਦੇ ਨੇ ਕਬਰਾਂ ਤੋਂ, ਜਿੱਥੇ ਮੁਰਦੇ ਦੀਆਂ ਹੱਡੀਆਂ ਪਈਆਂ ਨੇ, ਉਹਨਾਂ 'ਚੋਂ ਸੋਹਣਾ ਮੈਸੇਜ ਲਿਆ ਵੀ ਜੇ ਉਸ ਬੰਦੇ ਨੇ ਕੰਮ ਚੰਗੇ ਕੀਤੇ ਸੀ, ਸੋਚ ਚੰਗੀ ਸੀ, ਆਓ ਪਿੰਡ ਦੀ ਸਾਂਝ ਜਗ੍ਹਾ 'ਤੇ ਉਹਨੂੰ ਦਾ ਨੱਪ ਕੇ ਉੱਤੇ ਪੌਦਾ ਲਾਤਾ ਫਲਦਾ, ਪਾਣੀ ਪਾਵਾਂਗੇ, ਵੱਡਾ ਹੋਏਗਾ। ਇੱਕ ਵਹਿਮ ਕੱਢਣ ਦਾ ਤਰੀਕਾ ਸੀ। ਕਰਦੇ ਨੇ ਕਈ, ਵਹਿਮ ਕੱਢਦੇ ਨੇ ਇਹੋ ਜਿਹੇ।
ਇੱਕ ਐਸਜੀਪੀਸੀ ਦੇ ਮੈਂਬਰ ਹੁੰਦੇ ਸਨ, ਇਹ ਮੇਰੇ ਖਿਆਲ 2003 ਦੀ ਹੈ, ਜਦੋਂ ਕਨਵੈਨਸ਼ਨ ਹੋਈ ਸੀ, ਉਹਨਾਂ ਨੇ ਉਹ ਸਟੇਜ 'ਤੇ ਉਹ ਗੱਲ ਸੁਣਾਈ ਸੀ ਚੰਡੀਗੜ੍ਹ। ਕਹਿੰਦੇ ਮੇਰੀ ਮਾਤਾ ਦੀ ਡੈਥ ਹੋਈ ਤੇ ਚੌਥੇ ਦਿਨ ਕਹਿੰਦੇ ਰਿਸ਼ਤੇਦਾਰਾਂ ਨੂੰ ਇਹ ਸੀ ਵੀ ਆਪਾਂ ਅੰਗੀਠੇ ਦੀ ਸੰਭਾਲ ਕਰਨੀ, ਜਿਹਨੂੰ ਆਪਣੇ ਪਿੰਡਾਂ 'ਚ ਚੌਥਾ ਕਹਿੰਦੇ ਨੇ, ਚੌਥਾ ਅੰਗੀਠੇ ਦੀ ਸੰਭਾਲ ਕਰਨੀ ਹੈ। ਕਹਿੰਦੇ ਜਦੋਂ ਰਾਖ ਠੰਡੀ ਹੋ ਗਈ, ਮੈਂ ਦੂਜੇ ਦਿਨ ਸਾਰੀ ਰਾਖ ਇਕੱਠੀ ਕੀਤੀ ਤੇ ਆਪਣੇ ਖੇਤਾਂ ਵਿੱਚ ਖਿਲਾਰ ਆਇਆ। ਕਹਿੰਦੇ ਉਹ ਚੌਥੇ ਦਿਨ ਸਾਰੇ ਰਿਸ਼ਤੇਦਾਰ ਪਰਿਵਾਰ ਇਕੱਠੇ ਹੋ ਕੇ ਗਏ ਖੇਤਾਂ ਨੂੰ, ਮੈਂ ਵੀ ਨਾਲ ਉਹ ਚਲੇ ਗਿਆ ਮੜੀਆਂ ਨੂੰ ਜਿੱਥੇ ਸੰਸਕਾਰ ਕੀਤਾ ਸੀ। ਉਹ ਕਹਿੰਦੇ ਇੱਥੇ ਤਾਂ ਰਾਖ ਹੈ ਹੀ ਨਹੀਂ। ਕਹਿੰਦਾ ਮੇਰੀ ਮਾਂ ਸੀ, ਮੈਂ ਆਪਣੇ ਖੇਤਾਂ ਵਿੱਚ ਆਪਣੀ ਮਾਤਾ ਦੀ ਰਾਖ ਨੂੰ ਖਿਲਾਰ ਆਇਆ। ਜਦੋਂ ਇੱਥੋਂ ਅਸੀਂ ਫਲ, ਸਬਜ਼ੀਆਂ, ਮੱਕੀ, ਕਣਕ ਖਾਵਾਂਗੇ, ਅਸੀਂ ਮਹਿਸੂਸ ਕਰਾਂਗੇ ਮਾਂ ਸਾਡੀ ਕੋਲ। ਇਹ ਉਹ ਲੋਕ ਹੁੰਦੇ ਨੇ ਜਿਹੜੇ ਸਮਾਜ ਨੂੰ ਕੋਈ ਸੁਨੇਹਾ ਦੇਣ ਵਾਲੇ ਹੁੰਦੇ ਨੇ ਕਿ ਭਾਈ ਇਹਨਾਂ ਗੱਲਾਂ ਤੋਂ ਡਰੋ ਨਾ, ਇਹਨਾਂ ਗੱਲਾਂ 'ਚ ਕੱਖ ਨਹੀਂ ਰੱਖਿਆ, ਜਿਉਂਦੇ ਜੀ ਆਪਣੇ ਮਾਂ ਬਾਪ ਦੀ ਸੀ। ਉਹ ਇੱਥੇ ਗੁਰਦੇਵ ਨੇ ਕਹਿਤਾ, ਇੱਥੇ ਤੁਹਾਡੇ ਇਹਨਾਂ ਕਰਮਕਾਂਡਾਂ ਨਾਲ ਕਿੱਦਾਂ ਫੈਸਲਾ ਹੋ ਜਾਏਗਾ ਵੀ ਆਹ ਬਿਸਤ ਹੈ ਤੇ ਆਹ ਦੋਜਕ ਹੈ। ਇੱਥੇ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਜਿਸ ਕਰਤੇ ਨੇ ਇਹ ਕਾਇਨਾਤ ਨੂੰ ਸਾਜਿਆ ਸੋ ਜਾਣੇ, ਉਹ ਇਸ ਭੇਤ ਨੂੰ ਜਾਣਦਾ ਹੈ, ਉਹ ਅੰਦਰ ਨੂੰ ਜਾਣਦਾ ਹੈ। ਤੋ ਆਓ ਇਸ ਵਹਿਮ ਚੋਂ ਨਿਕਲੋ। ਜਿਹੜੀ ਗੱਲ ਗੁਰਦੇਵ ਜੀ ਨੇ ਇੱਥੇ ਕਹੀ ਹੈ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਵਸ ਪੈ ਗਈ ਹੁਣ ਘੁਮਿਆਰ ਦੇ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂ ਅੰਗਿਆਰ। ਝੜ ਝੜ ਕੇ ਉਹਦੀ ਅੰਗਿਆਰੇ ਜ਼ਮੀਨ 'ਤੇ ਡਿੱਗ ਰਹੇ ਆ। ਕਹਿੰਦੇ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ। ਉੱਤਮ ਇਹ ਵਿਚਾਰ ਹੈ, ਖਿਆਲ ਉੱਥੇ ਰੱਖੋ, ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾ। ਜਿਨ ਸਤਿਗੁਰ ਕਿਨੇ ਨਾ ਪਾਇਓ, ਬਿਨਾਂ ਸਤਿਗੁਰ ਤੋਂ ਨਹੀਂ ਕਿਸੇ ਨੇ ਪਾਇਆ ਉਸ ਸੱਚ ਨੂੰ, ਮਾਲਕ ਨੂੰ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾ। ਆ ਚੇਤਾ ਰੱਖਣਾ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ। ਆਓ ਜੇ ਜੀਵਨ ਜਿਉਂਦੇ ਆ ਨਾ, ਜਿਉਂਦੇ ਜੀਵਨ ਹੈ, ਆਕਸੀਜਨ ਵੀ ਤਾਂ ਜਿਉਂਦੇ ਨੂੰ ਚਾਹੀਦੀ ਹੈ। ਜਦੋਂ ਆਕਸੀਜਨ ਡਾਕਟਰ ਲਾਉਂਦਾ ਹੈ ਉਦੋਂ ਵੀ ਤਾਂ ਜਿਉਂਦੇ ਨੂੰ ਚਾਹੀਦੀ ਵੀ ਮਾੜਾ ਮੋੜ ਸਵਾਸ ਆ ਰਿਹਾ, ਆਕਸੀਜਨ ਦੀ ਲੋੜ, ਡੈਡ ਨੂੰ ਕੀ ਲੋੜ ਹੈ ਹੁਣ? ਜੇ ਮੈਂ ਜਗਤ ਨੂੰ ਜੀਵਨ ਦੇਣ ਵਾਲੇ ਨਾਲ ਸਾਂਝ ਵੀ ਤਾਂ ਜਿਉਂਦੇ ਪਾਉਣੀ ਹੈ ਨਾ, ਮਰਨ ਤੋਂ ਬਾਅਦ ਕੀ ਮਤਲਬ ਰਹਿ ਗਿਆ? ਜਿਉਂਦੇ ਜੀ ਮੁਕਤ ਹੋਣਾ ਹੈ। ਸਤਿਗੁਰ ਮਿਲਿਆ ਸਦਾ ਮੁਕਤ ਹੈ। ਇੱਥੇ ਕੀ ਕਿਹਾ? ਨਾਨਕ ਜਿਨ ਕਰਤੇ ਕਾਰਨ ਕੀ, ਮਗਰੋਂ ਕਾਹਦੀ ਮੁਕਤੀ? ਇੱਥੇ ਮੁਕਤ ਹੋਣਾ ਆਪਾਂ। ਪੌੜੀ 'ਚ ਆਇਆ ਸੀ ਨਾ, ਸਤਿਗੁਰ ਮਿਲਿਆ ਸਦਾ ਮੁਕਤ ਹੈ। ਸਤਿਗੁਰ ਨੂੰ ਮਿਲਣ ਨਾਲ ਸਦਾ ਮੁਕਤੀ ਮਿਲਦੀ ਹੈ, ਸਦਾ ਹਮੇਸ਼ਾ ਹੀ ਮੁਕਤ ਹੈ। ਜਿਹਨੇ ਵਿੱਚੋਂ ਮੋਹ ਚੁਕਾਇਆ, ਜਿਹਨੇ ਵਿੱਚੋਂ ਉਹ ਪਕੜ ਖਤਮ ਕਰ ਦਿੱਤੀ ਜਿਹੜੀ ਵਿਕਾਰਾਂ ਨੂੰ ਘੁੱਟ ਕੇ ਬੰਨ੍ਹ ਕੇ ਬੈਠੀ ਸੀ। ਉੱਤਮ ਇਹ ਵਿਚਾਰ ਹੈ। 6 ਨੰਬਰ ਪੌੜੀ ਦੇ ਨਾਲ ਆਪਾਂ ਅੱਜ ਸਲੋਕ ਵਿਚਾਰਿਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ। ਆਓ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨਾਲ ਸੰਬੰਧ ਜੋੜੀਏ, ਆਪਣੀ ਸੁਰਤ ਜੋੜੀਏ, ਆਪਣੇ ਅੰਦਰ ਚੰਗੇ ਖਿਆਲ। ਇਹ ਖਿਆਲ ਦੂਜਿਆਂ ਮੱਤਾਂ 'ਚ ਨਹੀਂ, ਸਾਡੇ 'ਚ ਵੀ ਬੜੇ ਨੇ। ਮਗਰੋਂ ਰਜਾਈਆਂ, ਅੱਗੇ ਜਾ ਕੇ ਵੇਖਿਓ ਆਸਾ ਕੀ ਵਾਰ ਜਦੋਂ ਆਪਾਂ ਅੱਗੇ ਵਿਚਾਰ ਕਰਦੇ ਆਉਣਾ, ਕੁਝ ਸਾਰਾ ਕੁਝ ਆ ਜਾਣਾ। ਜੇ ਮੁਹਾਕਾ ਘਰ ਮੁਹੇ ਘਰ ਮੁ ਪੁੱਤਰੀ ਦੇ, ਵੇਖਿਓ ਤੁਸੀਂ ਆਸਾ ਕੀ ਵਾਰ ਕੋਈ ਵਿਸ਼ਾ ਐਸਾ ਨਹੀਂ ਜਿਹੜਾ ਗੁਰਦੇਵ ਨੇ ਟੱਚ ਨਾ ਕੀਤਾ। ਹਰ ਵਿਸ਼ੇ 'ਤੇ ਗਿਆਨ ਦਿੱਤਾ ਸਾਨੂੰ। ਬੱਚੇ ਦੇ ਜਨਮ ਵੇਲੇ, ਸੂਤਕ ਵੇਲੇ, ਪਾਤਕ ਵੇਲੇ ਕਿੱਦਾਂ ਦੇ ਕਰਮਕਾਂਡ ਜਿਹੜੇ ਲੋਕ ਸਮਾਜ ਵਿੱਚ ਅੱਜ ਵੀ ਕਰੀ ਜਾਂਦੇ। ਅੱਜ ਵੀ ਜਦੋਂ ਸੰਸਕਾਰ ਕਰਨ ਜਾਣ ਇੱਦਾਂ ਅੱਖਾਂ ਨੂੰ ਛਿੱਟੇ ਮਾਰ ਕੇ ਆਉਂਦੇ ਉੱਥੋਂ। ਜੇ ਤਾਂ ਕੋਈ ਸੱਚੀ ਬੰਦੇ ਨੂੰ ਬਿਮਾਰੀ ਲੱਗੀ ਗੱਲ ਵੱਖਰੀ ਹੈ, ਉੱਥੇ ਇਹ ਵਹਿਮ ਹੁੰਦਾ ਕਿਤੇ ਮੁਰਦਾ ਅੱਖਾਂ ਨਾਲ ਲਾ ਕੇ ਨਾ ਘਰ ਨੂੰ ਚੱਲ ਜਾਵੇ। ਕਈ ਪ੍ਰਕਾਰ ਦੀਆਂ ਮਨੌਤਾਂ ਨੇ ਸਾਡੇ ਸਮਾਜ ਵਿੱਚ। ਤੋ ਸਾਧ ਸੰਗਤ ਜੀ ਆਓ, ਜਿਉਂਦੇ ਜੀ ਬੰਦਨਾ ਤੋਂ ਉਹੀ ਸਾਡੇ ਪਰਿਵਾਰ ਦਾ ਮੈਂਬਰ ਹੁੰਦਾ ਜਿਹਦੇ ਨਾਲ ਬੈਠ ਕੇ ਰੋਟੀ ਖਾਂਦੇ ਹਾਂ, ਪਾਣੀ ਪੀਂਦੇ ਹਾਂ, ਚਾਹ ਪੀਂਦੇ ਹਾਂ, ਜਿਹਦੇ ਨਾਲ ਜੱਫੀਆਂ ਪਾ ਕੇ ਸੌਂਦੇ ਹਾਂ। ਉੱਤੋਂ ਹੀ ਮੁੜ ਕੇ ਨਫ਼ਰਤ ਕਰਦੇ ਹਾਂ ਵੀ ਲੈ ਜਾਓ ਦਵਾ ਦਵਾ, ਲੈ ਜਾਓ ਉਹਨੂੰ, ਕਾਢੋ ਹੀ ਕਹਿਣ ਲੱਗ ਪੈਂਦੇ। ਨਹੀਂ, ਆਓ ਇਸ ਗੱਲ ਨੂੰ ਸਮਝੋ, ਜਗ ਜੀਵਨ ਦਾਤਾ ਆਪਾਂ ਜਿਉਂਦੇ ਜੀ ਜ਼ਿੰਦਗੀ ਨੂੰ ਸਵਾਰੀਏ। ਅਤੇ ਇਸ ਸਲੋਕ ਨਾਲ ਆਪਾਂ ਜਿਹੜੀ ਵਿਚਾਰ ਦਿੱਤੀ ਹੈ, ਇਹ ਸਾਖੀਆਂ ਜੋੜੀਆਂ ਗਈਆਂ ਨੇ। ਜੋ ਵਿਰੋਧੀ ਜੋੜੇਗਾ ਮੰਨ ਲਵਾਂਗੇ ਆਪਾਂ। ਤੁਹਾਡਿਆਂ ਦਾਦਿਆਂ ਪੜਦਾਦਿਆਂ ਬਾਰੇ ਮੈਂ ਕਈ ਵਾਰੀ ਸਟੇਜ 'ਤੇ ਗੱਲਾਂ ਕੀਤੀਆਂ ਨੇ। ਤੁਹਾਡਿਆਂ ਦਾਦਿਆਂ ਪੜਦਾਦਿਆਂ ਬਾਰੇ ਕੋਈ ਪਿੰਡ 'ਚੋਂ ਗੱਲ ਕਵੇ, ਹੋਵੇ ਵੀ ਸੱਚੀ, ਤੁਸੀਂ ਉਹਦਾ ਮੂੰਹ ਨੋਚਣ ਤੱਕ ਜਾਂਦੇ ਹੋ। ਹਿੰਮਤ ਕਿੱਦਾਂ ਹੋਈ ਮੇਰੇ ਪੜਦਾਦੇ ਬਾਰੇ ਗੱਲ ਕਹਿਣ ਦੀ? ਇੱਥੇ ਵਿਰੋਧੀਆਂ ਨੇ ਜੇ ਕੋਈ ਤੁਹਾਡੇ ਗੁਰੂ ਬਾਰੇ ਲਿਖ ਦਿੱਤਾ ਕਿ ਤੁਹਾਡੇ ਗੁਰੂ ਦਾ ਪੁੱਤਰ ਇੱਦਾਂ ਕਰ ਗਿਆ, ਕਿੱਦਾਂ ਮੰਨ ਲਈ ਤੁਸੀਂ? ਗੁਰੂ ਦਾ ਪੁੱਤਰ ਤੁਕ ਬਦਲ ਦੇਵੇਗਾ ਅਤੇ ਗੁਰੂ ਕਹੇਗਾ ਮੂੰਹ ਨਾ ਲਾ। ਆਪਣੀਆਂ ਗਲਤੀਆਂ ਛੁਪਾਉਣ ਲਈ ਗੁਰੂ ਦੇ ਉਸ ਇਤਿਹਾਸ ਦੀ ਵਰਤੋਂ ਨਾ ਕਰੋ। ਹੱਥ ਜੋੜ ਕੇ ਮੇਰੀ ਬੇਨਤੀ ਹੈ। ਮੈਂ ਗੱਲ ਦੁਬਾਰਾ ਫਿਰ ਰਿਪੀਟ ਕਰ ਦਿੰਦਾ, ਉੱਦਾਂ ਇਤਿਹਾਸ ਨੂੰ ਅਸੀਂ ਮੰਨਦੇ ਨਹੀਂ। ਇਤਿਹਾਸ 'ਤੇ ਪਤਾ ਨਹੀਂ ਕਿਹਨੇ ਲਿਖਿਆ, ਪਰ ਆਪਣੀਆਂ ਗਲਤੀਆਂ ਛੁਪਾਉਣ ਵਾਸਤੇ
ਇਹ ਇਤਿਹਾਸ ਵਰਤਿਆ ਵੀ ਜਾਂਦਾ, ਭਾਵੇਂ ਚਮਕੌਰ ਦੀ ਗੜੀ ਦਾ ਹੋਵੇ, ਭਾਵੇਂ ਅਨੰਦਪੁਰ ਸਾਹਿਬ ਦਾ ਹੋਵੇ, ਭਾਵੇਂ ਉੱਚ ਦੇ ਪੀਰ ਦੀ ਗੱਲ ਹੋਵੇ। ਇਹ ਕਿਹਨੇ ਹੈਸੀਅਤ ਦਿੱਤੀ ਵੀ ਤੁਸੀਂ ਆਪਣੇ ਆਪ ਨੂੰ ਗੁਰੂ ਦੇ ਬਰਾਬਰ ਖੜਾ ਕਰ ਲਓ? ਇਹ ਕਿਹਨੇ ਹੈਸੀਅਤ ਦਿੱਤੀ ਹੈ? ਬਸ ਗੱਲ ਇਹ ਹੈ ਵੀ ਅੰਨਿਆਂ ਦੇ ਵਿੱਚ ਕਾਣਾ ਰਾਜਾ ਬਣ ਕੇ ਰਹਿਣਾ, ਬਸ ਗੱਲ ਇੰਨੀ। ਪਰ ਇਹ ਜ਼ਿਆਦਾ ਦੇਰ ਨਹੀਂ ਚੱਲਦਾ, ਪਾਜ ਉਗੜਨਾ ਹੈ, ਵਕਤ ਆਏਗਾ ਇੱਕ ਦਿਨ। ਤਬ ਜਾਣੋਗੇ ਜਬ ਉਗਰੇ ਗੋ ਪਾਜ। ਇੱਕ ਬੰਨੇ ਇਤਿਹਾਸ ਨੂੰ ਰੱਦ ਕਰੀ ਜਾਣਾ, ਯਾਦ ਰੱਖਣਾ। ਫਿਰ ਦੁਬਾਰਾ ਗੱਲ ਰਿਪੀਟ ਕਰਦੇ ਹਾਂ, ਮਿਸ਼ਨਰੀ ਕਾਲਜਾਂ ਦੀ ਇੱਕ ਪਾਲਿਸੀ ਹਮੇਸ਼ਾ ਰਹੀ ਹੈ, ਜਿਨ੍ਹਾਂ ਉਸਤਾਦਾਂ ਕੋਲੋਂ ਅਸੀਂ ਟ੍ਰੇਨਿੰਗ ਲਈ ਉਹਨਾਂ ਗੱਲ ਸਮਝਾਈ ਹੈ, ਇਤਿਹਾਸ ਉਹ ਜਿਹੜਾ ਗੁਰੂ ਦੀ ਕਸਵੱਟੀ ਤੇ ਖਰਾ ਉਤਰੇ। ਕਿਸੇ ਗ੍ਰੰਥ ਚੋਂ ਵੀ ਲਿਆ ਜਾ ਸਕਦਾ। ਉਹ ਉਹਨਾਂ ਇਤਿਹਾਸ ਜਿਹੜਾ ਗੁਰੂ ਦੀ ਕਸਵੱਟੀ ਤੇ ਖਰਾ ਉਤਰੇ, ਜਿਹੜਾ ਗੁਰੂ ਦੀ ਸ਼ਖਸੀਅਤ ਨੂੰ ਉਭਾਰ ਕੇ ਪੇਸ਼ ਕਰੇ, ਉਹ ਰੱਖ ਲਓ। ਜਿਹੜਾ ਗੁਰੂ ਦੀ ਸ਼ਖਸੀਅਤ ਨੂੰ ਨੀਵਾਂ ਕਰੇ, ਉਹਨੂੰ ਪਰਾਂ ਕਰ ਦਿਓ। ਤੁਸੀਂ ਕਿਸੇ ਗ੍ਰੰਥ 'ਚ, ਕਿਸੇ ਕਿਤਾਬ 'ਚੋਂ ਲੈ ਸਕਦੇ ਜੀ, ਪਰ ਇੱਥੇ ਉਹ ਲਿਆ ਜਾਂਦਾ ਜਿਹੜਾ ਗੁਰੂ ਨੂੰ ਭੁੱਲੜ ਸਿੱਧ ਕਰੇ। ਗੁਰੂ ਸਾਹਿਬ ਕੋਲੋਂ ਵੀ ਗਲਤੀਆਂ ਹੋਈਆਂ ਨੇ। ਅੱਛਾ, ਗੁਰੂ ਕੋਲੋਂ ਗਲਤੀਆਂ ਹੋ ਗਈਆਂ, ਸਾਡੇ ਕੋਲੋਂ ਨਹੀਂ ਹੋ ਸਕਦੀਆਂ, ਸਾਡੇ ਕੋਲੋਂ ਨਹੀਂ ਹੋ ਸਕਦੀਆਂ। ਆਓ ਗੁਰੂ ਬਖਸ਼ਿਸ਼ ਕਰੇ, ਬਾਣੀ ਆਪ ਪੜ੍ਹੋ, ਸਹਿਜ ਪਾਠ ਕਰੋ, ਗੁਰੂ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ, ਜੋ ਸਾਨੂੰ ਉੱਤਮ ਵਿਚਾਰ ਸਤਿਗੁਰ ਨੇ ਬਖਸ਼ਿਸ਼ ਕੀਤੇ ਨੇ। ਸਾਰਿਆਂ ਦਾ ਧੰਨਵਾਦ। ਤੁਸੀਂ ਵਕਤ ਕੱਢ ਕੇ ਲੜੀਵਾਰ ਇਸ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਕੋਸ਼ਿਸ਼ ਕਰੋ, ਆਪ ਪੜ੍ਹੋ, ਸਮਝੋ, ਵਿਚਾਰੋ ਅਤੇ ਆਪਣੀ ਜ਼ਿੰਦਗੀ ਵਿੱਚ ਗੁਰੂ ਦੀ ਇਸ ਵਿਚਾਰਧਾਰਾ ਨੂੰ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸਿੱਖੋ, ਸਿੱਖਿਆ ਗੁਰੂ ਦੀ ਇਹ ਸੋਹਣੀ ਜੀ, ਜਿਹਦੇ ਨਾਲ ਮੈਂ ਇਸ ਬੁਰਿਆਂ ਕੰਮਾਂ ਵਾਲੇ ਭਵਸਾਗਰ ਤੋਂ ਪਾਰ ਹੋ ਸਕਾਂ। ਸਾਰਿਆਂ ਦਾ ਧੰਨਵਾਦ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।